ਧੰਨ ਸ਼੍ਰੀ ਗੁਰੂ ਗ੍ਰੰਥ ਉਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਮਿਲ ਕਰ ਸਭਨ ਉਪਾਇਨ ਲੀਨੀ। ਆਏ ਗੁਰੂ ਕੋ ਬੰਦਨ ਕੀਨੀ। ਪਾਹੁਲ ਪੱਗ ਕੀ ਲੀਨੀ ਤਬ ਹੀ। ਨਿਕਟ ਸਿੰਧ ਕੈ ਗ੍ਰਾਮ ਜੇ ਸਭ ਹੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਹਨਾਂ ਅਜ਼ਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਸਤਿਗੁਰੂ ਸਾਰਿਆਂ ਦੀ ਯਾਤਰਾ ਸਫਲ ਕਰਨ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਮਾਂ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਇਹ ਇਤਿਹਾਸ ਪਹਿਲੇ ਪਾਤਸ਼ਾਹ ਜਾਹਰ ਪੀਰ ਜਗਤ ਗੁਰੂ ਕੱਲ ਤਾਰਨ ਆਏ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੈ। ਪ੍ਰਸੰਗ ਹੈ ਸਤਿਗੁਰੂ ਗੁਰੂ ਨਾਨਕ ਦੇ ਪਿਤਾ ਮਹਾਰਾਜ ਤਰਤ ਲੁਕਾਈ ਨੂੰ ਸੋਧ ਦੇ ਜਗਤ ਜਲੰਦੇ ਦਾ ਉਧਾਰ ਕਰਦੇ। ਦੂਸਰੀ ਉਦਾਸੀ ਆਰੰਭ ਕਰਦੇ ਨੇ। ਪਹਿਲਾਂ ਸਤਿਗੁਰੂ ਹਿੰਦੂ ਧਰਮ ਦੇ ਸਨਾਤਨ ਮਤ ਦੇ ਜਿਹੜੇ ਧਰਮ ਅਸਥਾਨ ਨੇ, ਤੀਰਥ ਅਸਥਾਨ ਨੇ, ਉਹਨਾਂ ਵੱਲ ਗਏ ਹਨ ਔਰ ਭੁੱਲੇ ਭਟਕੇ ਲੋਕਾਂ ਨੂੰ ਅਨਮਤਾਂ ਮਨਮਤਾਂ ਅਤੇ ਕੀਰਤਨ ਪੂਜਾ ਦੇ ਵਿੱਚ ਪ੍ਰਵਿਰਤ ਲੋਕਾਂ ਨੂੰ ਸਮਝਾਇਆ।
परमात्मा दी उपासना की जाए। सतगुरु जी ने सारिਆਂ ਨੂੰ सतनाम ਦਾ सिमरन दृढ़ कराया। कल युग बाबे तारिया सतनाम पढ़ मंत्र सुनाया। जगन्नाथपुरी तो बाद पहला सतगुरु समुंदर दे किनारे किनारे गए ने, फिर अगों जंगलों चों लंघदे कुछ देशों का भरमण किया। विच एक देश आउंदा है जिहदा नाम मुनाफक है। ये देश का नाम नहीं है, ये उत्थों दे लोकां दी जिहड़ी रब तो मुनकर होने की क्रिया सी, प्रक्रिया सी, उहदे तो रखिया गया ना सी कि जिहड़े रब नूं नहीं मनदे मुनाफक हो गए। गुरु जी ने इत्थे आके उन्होंने सवालियो बना दिता, रब की सिफत सलाह वाले। ये पाठ आपां रोज़ सतगुरु की बाणी विच सुनते हैं, सिफत सवालियो। उत्थों फिर सतगुरु अगे गए तो ऐसे नगर विच पहुंचे ने जिथे लोक धर्मी सन। उन्होंने गुरु जी की आओ भगत भी की, मेहमान नवाजी भी की, हाजरी भी भरी। पर जदों वो अपना समान चुक के तुरन लगे तो गुरु जी ने उन्होंने समझाया भी कित्थे चले हो। कहते जी साडे पिंड विच, साडे देश विच हर 6 महीनों बाद अग लग जाती है। सतगुरु कहन लगे भाई गुरु दे सिख बनो, नहीं लगेगी। वो सिख बने तो वो जिहड़ा अग लाउण वाला राक्षस सी, वो फिर गुरु दे चरनां विच आके कगियाया, डिग पिया। तो कल दी कथा विच आपां सुनिया सी भी जिवें बाजां तो चिड़ियां दी सेवा कराई जावे, जिवें शेरां तो बकरियां दी सेवा कराई जावे, इहो जिहा उत्थे वातावरण वापरे है कि चिड़ियन सेव सिचाण ते चिड़ियां दी सेवा बाज ने की। चिड़ियन सेवा सिचाण ते करवाई कर दीन, अजन चरण पर केहरी पाए सवारण कीन। बकरी दे पैरां ते शेर लम्मा पा दिता, चिड़ियां दी सेवा बाजां तो करा दी, बकरियां दी सेवा शेरां तो करा दी। इत्थों दे लोकां ने फिर धर्मशाला भी बनाई, चरण पहुल भी लई। इत्थे पूरे देश विच सिक्खी जिहड़ी सी प्रफुल्लित हुई है। इस तो अगे जदों सतगुरु जी चले ने, ये समुंदर दा कंढा है। समुंदर दे किनारे एक नगर है। नगरी दे बाहर एक दरखत दे थले, एक पेड़ वृक्ष दे थले सतगुरु रुके ने। इथों दे लोग जिहड़े सी वो भी रब तो मुनकर सी। ये लोग 2 दिन बाद ही गुरु जी की आमद तो इन्होंने अपना समान चुकना शुरू कर दिता। क्या तैयारी तुम करी क्यों, त्याग्यो निज गराऊं। सुन नर बोले तुम चलो, रहो न अब एह थाओ। दोए दिवस तब तहां बताए, नर तब चले अपर ही थाए। 2 दिन होए गुरु जी नूं आया
ਤੇ ਪਿੰਡ ਦੇ ਲੋਕ ਉੱਠ ਕੇ ਤੁਰ ਪਏ। ਗੁਰੂ ਜੀ ਨੇ ਕਿਹਾ ਵੀ ਕਿਉਂ ਚੱਲੇ ਹੋ? ਉਹ ਕਹਿਣ ਲੱਗੇ ਜੀ ਚੰਗੇ ਰਹੋਗੇ ਤੁਸੀਂ ਵੀ ਚੱਲੋ। ਸਤਿਗੁਰੂ ਕਹਿਣ ਲੱਗੇ ਗੱਲ ਕੀ ਹੈ? ਕਹਿੰਦੇ ਜੀ ਹਰ 6ਵੇਂ ਮਹੀਨੇ ਸਮੁੰਦਰ ਦਾ ਪਾਣੀ ਚੜ੍ਹਦਾ ਹੈ, ਛੱਲਾਂ ਉੱਠਦੀਆਂ ਨੇ, ਸਮੁੰਦਰੀ ਤੂਫਾਨ ਆਉਂਦੇ ਨੇ, ਸਾਡਾ ਪਿੰਡ ਰੋੜ ਕੇ ਲੈ ਜਾਂਦੇ ਨੇ। ਸਤਿਗੁਰੂ ਜੀ ਨੇ ਕਿਹਾ ਭਾਈ ਤੁਸੀਂ ਰਹੋ, ਤੁਹਾਡਾ ਪਿੰਡ ਨਹੀਂ ਰੁੜੇਗਾ, ਪਰ ਜੇ ਤੁਸੀਂ ਵਿਸ਼ਵਾਸ ਨਹੀਂ ਕਰਦੇ ਤੇ ਤੁਸੀਂ ਚਲੇ ਜਾਓ, ਅਸੀਂ ਇੱਥੇ ਰਵਾਂਗੇ। ਇਹਦੇ ਨਾਲ ਤੁਹਾਡਾ ਪਤਿਆਰਾ ਵੀ ਹੋ ਜਾਏਗਾ। ਸਤਿਗੁਰੂ ਪਿਤਾ ਜੀ ਨੇ ਕਿਹਾ ਸੀ ਉਹਨਾਂ ਨੂੰ ਕਿ ਸਿੱਖੀ ਮਨੋ ਹਿਰਦੇ ਵਿਸਾਲਾ, ਸੁਣ ਕੇ ਬੋਲੇ ਬਚਨ ਕਿਰਪਾਲਾ, ਉਪਦੇਸ਼ ਭਣੋ ਸਤਨਾਮੂ, ਬਹੁਰ ਨ ਗਿਰਹਿ ਤੁਮਰੇ ਧਾਮੂ। ਸਤਿਗੁਰੂ ਕਹਿੰਦੇ ਕਹੋ ਸਤਨਾਮ ਭਾਈ, ਇੱਕ ਵਾਰੀ ਕਹੋ। ਜਿਵੇਂ ਅੱਜ ਕੱਲ੍ਹ ਅਸੀਂ ਸੁਣਦੇ ਹਾਂ ਨਾ ਕਿ ਕਈ ਵਕਤ ਇਹ ਕਹਿੰਦੇ ਹੁੰਦੇ ਨੇ ਜੀ ਕਹੋ ਵਾਹਿਗੁਰੂ, ਬੋਲੋ ਵਾਹਿਗੁਰੂ। ਸਤਿਗੁਰੂ ਸਭ ਤੋਂ ਅਖਵਾਉਂਦੇ ਸੀ ਪਰਮੇਸ਼ਰ ਦਾ ਨਾਮ ਸਤਨਾਮ। ਤੇ ਸਤਿਗੁਰੂ ਪਿਤਾ ਜੀ ਕਹਿਣ ਲੱਗੇ ਭਾਈ ਬੋਲੋ। ਤੇ ਜੇ ਤੁਮ ਕੋ ਨ ਅਸਪਤੀ ਆਰਾ, ਅਬ ਕੇ ਜਾਵੋ ਛੋੜ ਅਗਾਰਾ। ਸਤਿਗੁਰੂ ਕਹਿੰਦੇ ਵੀ ਜੇ ਤੁਹਾਨੂੰ ਸਾਡੇ ਤੇ ਵਿਸ਼ਵਾਸ ਭਰੋਸਾ ਨਹੀਂ ਤੇ ਠੀਕ ਹੈ ਤੁਸੀਂ ਜਾਓ, ਅਸੀਂ ਬੈਠੇ ਹਾਂ। ਜਦੋਂ ਤੁਸੀਂ ਵਾਪਸ ਆਓਗੇ, ਜੇ ਤਾਂ ਨਗਰੀ ਰੁੜ ਜਾਏ ਤੇ ਠੀਕ ਹੈ, ਜੇ ਨਾ ਰੁੜੇ ਤੇ ਫਿਰ ਤੇ ਵਿਸ਼ਵਾਸ ਕਰੋਗੇ ਕਿ ਸਾਨੂੰ ਸਤਨਾਮ ਦਾ ਸਿਮਰਨ ਕਰਨਾ ਚਾਹੀਦਾ। ਇੱਥੋਂ ਤੱਕ ਆਪਾਂ ਨੇ ਕੱਲ ਕਥਾ ਸੁਣੀ ਸੀ ਕਿ ਨਗਰੀ ਦੇ ਲੋਕ ਚਲੇ ਗਏ। ਹਾਂਜੀ, ਬਹੁਰ ਆਏ ਲੀਜੈ ਉਪਦੇਸੂ, ਅਸ ਕਹਿ ਬੈਸ ਰਹੇ ਜਗ ਤੇਸੂ। ਜਿਹੜੇ ਨਗਰੀ ਦੇ ਲੋਕ ਸੀ ਉਹ ਚਲੇ ਹੀ ਗਏ, ਉਹ ਰੁਕੇ ਨਹੀਂ। ਗੁਰੂ ਨਾਨਕ ਦੇ ਪਿਤਾ ਜੀ ਉੱਥੇ ਹੀ ਰਹੇ। ਨਗਰੀ ਦੇ ਲੋਕ ਚਲੇ ਗਏ, ਗੁਰੂ ਜੀ ਉੱਥੇ ਰਹੇ। ਸਮਾਂ ਜਿਹੜਾ ਸੀ ਉਹ ਬਤੀਤ ਹੋ ਗਿਆ। ਅਪਰ ਥਾਨ ਸੋ ਮਾਨਵ ਗਵਣੇ, ਸਿੰਧ ਨ ਢਾਹੇ ਸਕਿਓ ਤਿਨ ਭਵਨੇ। ਹੁਣ ਉਹ ਮਹੀਨਾ ਆ ਗਿਆ ਜਦੋਂ ਸਮੁੰਦਰ ਚੜ੍ਹਦਾ ਸੀ, ਛੱਲਾਂ ਆਉਂਦੀਆਂ ਸੀ। ਕੋਈ ਛੱਲਾਂ ਨਹੀਂ ਆਈਆਂ, ਕੋਈ ਸਮੁੰਦਰ ਨਹੀਂ ਚੜ੍ਹਿਆ, ਕੋਈ ਨਗਰੀ ਨਹੀਂ ਢੱਠੀ। ਪਾਣੀ ਨੇ ਉਸ ਨਗਰ ਦਾ ਉਜਾੜਾ ਇਸ ਸਾਲ ਨਹੀਂ ਕੀਤਾ। ਹਾਂਜੀ, ਸਮਾਂ ਬਿਤਾਏ ਬਹੁਰ ਨਰ ਆਏ, ਸਦਨ ਬਲੋਕੇ ਬਣੇ ਬਣਾਏ। ਨਗਰੀ ਦੇ ਲੋਕ ਮਹੀਨੇ ਬਾਅਦ ਵਾਪਸ ਆ ਗਏ। ਜਦੋਂ ਵਾਪਸ ਆਏ ਤੇ ਉਹਨਾਂ ਨੇ ਕੀ ਵੇਖਿਆ ਕਿ ਸਾਡੀ ਨਗਰੀ ਤੇ ਬਿਲਕੁਲ ਸਲਾਮਤ ਹੈ। ਜੋ ਥੋੜੀ ਬਹੁਤੀ ਵਸਤ ਘਰ ਛੱਡ ਕੇ ਗਏ ਸੀ ਉਹ ਵੀ ਉਸੇ ਤਰ੍ਹਾਂ ਹੀ ਸਲਾਮਤ ਹੈ। ਭਾਵ ਉਹਨਾਂ ਦੀ ਗੈਰ ਮੌਜੂਦਗੀ, ਗੈਰ ਹਾਜ਼ਰੀ ਵਿੱਚ ਕੋਈ ਨੁਕਸਾਨ ਨਹੀਂ ਹੋਇਆ। ਕਲਾਵਾਨ ਜਾਣੇ ਮਨ ਮਾਹੀ, ਸਿੱਖੀ ਲੈਨ ਹਿਰਦੇ ਤਬ ਚਾਹੀ। ਹੁਣ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਵੀ ਗੁਰੂ ਤੇ ਕੋਈ ਕਲਾਵਾਨ ਹੈ, ਕੋਈ ਇਹ ਸੰਤ ਜਿਹੜਾ ਹੈ ਇਹ ਤੇ ਸ਼ਕਤੀ ਵਾਲਾ ਹੈ, ਇਹਦੇ ਕੋਲੇ ਤੇ ਬਹੁਤ ਅਜ਼ਮਤਾਂ ਕਰਾਮਾਤਾਂ ਨੇ। ਕਹਿਣ ਲੱਗੇ ਮਹਾਰਾਜ ਆਪਣੀ ਸਿੱਖੀ ਦਿਓ, ਸਾਨੂੰ ਆਪਣੇ ਸਿੱਖ ਬਣਾਓ, ਸਾਨੂੰ ਆਪਣੀ ਸਿੱਖਿਆ ਦਿਓ। ਹਾਂਜੀ, ਮਿਲ ਕਰ ਸਭਨ ਉਪਾਏ ਅਣਲੀਨੀ, ਆਏ ਗੁਰੂ ਕਉ ਬੰਧਨ ਕੀਨੀ। ਹੁਣ ਸਾਰੇ ਇਕੱਠੇ ਹੋਏ, ਭੇਟਾਵਾਂ ਲਈਆਂ। ਗੁਰੂ ਪਿਤਾ ਜੀ ਦੇ ਚਰਨਾਂ ਤੇ ਮੱਥਾ ਟੇਕਣ ਵਾਸਤੇ ਜਥਾ ਸ਼ਕਤ ਕਿਸੇ ਨੇ ਵਸਤੂ ਲੈ ਲਈ, ਕਿਸੇ ਨੇ ਮਾਇਆ ਲੈ ਲਈ। ਹਾਂਜੀ, ਪਾਹੁਲ ਪੱਗ ਕੀ ਲੀਨੀ ਤਬ ਹੀ, ਨਿਕਟ ਸਿੰਧ ਕੈ ਗ੍ਰਾਮ ਜੇ ਸਭ ਹੀ। ਇਹਨਾਂ ਨੇ ਆ ਕੇ ਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ, ਭੇਟਾਵਾਂ ਰੱਖੀਆਂ, ਗੁਰੂ ਦੇ ਕੋਲੋਂ ਚਰਨ ਪਹੁਲ ਲਈ,
ਇਹ ਜਿਹੜਾ ਸਿੰਧ ਦੇ ਨੇੜੇ ਸਮੁੰਦਰ ਦੇ ਨੇੜੇ ਜਿਹੜਾ ਨਗਰ ਸੀ, ਇਹ ਹੁਣ ਗੁਰੂ ਨਾਨਕ ਦੀ ਸਿੱਖੀ ਵਾਲਾ ਨਗਰ ਬਣ ਗਿਆ। ਸਾਰੇ ਹੀ ਗੁਰੂ ਪਿਤਾ ਮਹਾਰਾਜ ਤੋਂ ਸਿੱਖ ਬਣ ਗਏ ਤੇ ਸਾਰਿਆਂ ਨੂੰ ਸੱਚੇ ਪਾਤਸ਼ਾਹ ਨੇ ਪਰਮੇਸ਼ਰ ਦਾ ਸੱਚਾ ਨਾਮ ਜਿਹੜਾ ਸੀ ਉਹ ਦ੍ਰਿੜ ਕਰਾ ਦਿੱਤਾ। ਹਾਂਜੀ। ਧਰਮਸ਼ਾਲ ਸਿੱਖੀ ਪ੍ਰਗਟਾਨੀ, ਨਾਮ ਦਾਨ ਜਪ ਭੇ ਇਸ਼ਨਾਨੀ। ਇੱਥੇ ਫਿਰ ਸਤਿਗੁਰੂ ਜੀ ਨੇ ਇਹਨਾਂ ਤੋਂ ਧਰਮਸ਼ਾਲਾ ਵੀ ਬਣਵਾਈ। ਇੱਥੇ ਨਾਮ ਦਾ, ਦਾਨ ਦਾ, ਜਪ ਦਾ, ਇਸ਼ਨਾਨ ਦਾ ਸਤਿਗੁਰੂ ਜੀ ਨੇ ਉਪਦੇਸ਼ ਵੀ ਦਿਰੜਾਇਆ। ਕੱਲਾ ਗੁਰਦੁਆਰਾ ਬਣਾਉਣਾ ਪਿੰਡ ਵਿੱਚ, ਮਹੱਲੇ ਵਿੱਚ, ਕਲੋਨੀ ਵਿੱਚ, ਇਹ ਸਿੱਖੀ ਨਹੀਂ ਹੈ। ਅੱਜ ਇਹੀ ਕੁਝ ਹੋ ਰਿਹਾ ਹੈ। ਪਿੰਡ 'ਚ ਗੁਰਦੁਆਰਾ ਹੈ ਪਰ ਸੰਗਤ ਕੋਈ ਨਹੀਂ ਹੈ। ਜੇ ਪੁੱਛੋ ਜੀ ਪ੍ਰਸ਼ਾਦ, ਕਹਿੰਦੇ ਜੀ ਉਹ ਤੇ ਸੰਗਰਾਂਦ ਦੀ ਸੰਗਰਾਂਦ ਬਣਦਾ ਹੈ। ਪੁੱਛੋ ਰੋਜ਼ ਕੀ ਵੰਡਦੇ ਹੋ, ਕਹਿੰਦੇ ਜੀ ਫੁੱਲੀਆਂ ਪਤਾਸੇ। ਜੇ ਕਹੋ ਵੀ ਗ੍ਰੰਥੀ ਸਿੰਘ, ਕਹਿੰਦੇ ਜੀ ਉਹਦੀ ਤਨਖਾਹ ਨਹੀਂ ਦੇ ਸਕਦੇ। ਮਤਲਬ ਇਸ ਕਦਰ ਵੀ ਸਾਡੇ ਲੋਕਾਂ ਦੀ ਹਾਲਤ ਹੈ। ਅਗਰ ਪਿੰਡ 'ਚ 100-200 ਘਰ ਹੈ ਤੇ ਜੇ ਉਹ 100 ਰੁਪਈਆ ਵੀ ਪਾਉਣ ਤੇ ਤਾਂ ਵੀ 10-20 ਹਜ਼ਾਰ ਰੁਪਈਆ ਬਣ ਜਾਂਦਾ ਹੈ। ਹੁਣ ਬੰਦਾ ਪੁੱਛੇ ਵੀ 100 ਰੁਪਈਏ 'ਚ ਤੇ ਘਰ ਦੇ ਵਿੱਚ ਕੋਈ ਪਾਲਤੂ ਜਾਨਵਰ ਵੀ ਨਹੀਂ ਰੱਖਿਆ ਜਾ ਸਕਦਾ। ਤੁਸੀਂ ਪਿੰਡ ਦੇ ਵਿੱਚ ਗੁਰੂ ਕਾ ਵਜ਼ੀਰ ਰੱਖਿਆ ਹੋਇਆ, ਫਿਰ ਕਹਿੰਦੇ ਜੀ ਉਹ ਸਾਡੀ ਸੁੱਖ ਵੀ ਮੰਗੇ। ਫਿਰ ਅਸੀਂ ਇਹ ਵੀ ਕਹਿੰਦੇ ਵੀ ਉਹ ਸਾਡੇ ਬੱਚਿਆਂ ਨੂੰ ਸਿੱਖਿਆ ਵੀ ਦੇਵੇ, ਉਪਦੇਸ਼ ਵੀ ਦੇਵੇ। ਤੇ ਜੇ ਕਹੀਏ ਜੀ ਉਹਦੀ ਤਨਖਾਹ, ਕਹਿੰਦੇ ਕੋਈ ਨਹੀਂ ਜੀ ਬਾਬਾ ਰੋਟੀ ਰਾਟੀ ਮੰਗ ਲਿਆਉਂਦਾ ਹੈ ਤੇ ਤਨਖਾਹ ਦੀ ਉਹਨੂੰ ਕੀ ਲੋੜ ਹੈ, ਰਹਿਸ਼ ਉਹਦੀ ਫਰੀ ਹੈ। ਇਹ ਆਮ ਗੱਲ ਹੈ ਕਿ ਵੇਖੋ ਜੀ ਇਹਨੂੰ ਕਿਹੜਾ ਕੋਈ ਬਿਜਲੀ ਦਾ ਬਿੱਲ ਦੇਣਾ ਪੈਂਦਾ, ਇਹਦਾ ਕਿਹੜਾ ਕੋਈ ਪਾਣੀ ਦਾ ਬਿੱਲ ਹੈ, ਇਹ ਫਰੀ ਰਹਿੰਦਾ ਹੈ ਗੁਰਦੁਆਰੇ, ਤੇ ਪ੍ਰਸ਼ਾਦੇ ਨੇ ਮੰਗ ਕੇ ਲੈ ਆਉਣੇ ਹੁੰਦੇ ਨੇ। ਹੁਣ ਇਹੋ ਜਿਹੇ ਟੀਚਰ ਕੋਲੋਂ ਅਸੀਂ ਚਾਹੁੰਦੇ ਹਾਂ ਵੀ ਸਾਡੀ ਅਧਿਆਤਮਕਤਾ ਜਿਹੜੀ ਉਹ ਦ੍ਰਿੜ ਹੋ ਜਾਏ। ਨਹੀਂ ਭਾਈ, ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਗ੍ਰੰਥੀ ਸਿੰਘ ਨਹੀਂ ਰੱਖਣਾ ਤੇ ਕੋਈ ਗੱਲ ਨਹੀਂ, ਫਿਰ ਤੁਸੀਂ ਆਪ ਵਾਰੀ ਸਿਰ ਜ਼ਿੰਮੇਵਾਰੀ ਲਵੋ। ਇੱਕ ਦਿਨ ਕੋਈ ਪ੍ਰਕਾਸ਼ ਕਰੇ, ਪਾਠ ਕਰੇ, ਕੋਈ ਦੇਗ ਬਣਾਵੇ, ਦੂਜੇ ਦਿਨ ਤੀਜਾ ਬਣਾਵੇ, ਚੌਥਾ ਬਣਾਵੇ, ਪੰਜਵਾਂ ਬਣਾਵੇ। ਆਪ ਰਲ ਮਿਲ ਕੇ ਗੁਰੂ ਘਰ ਦੀ ਸੇਵਾ ਕਰੋ। ਹੋ ਸਕਦੀ ਹੈ, ਕਿਉਂ ਨਹੀਂ ਹੋ ਸਕਦੀ। ਸਤਿਗੁਰੂ ਜੀ ਨੇ ਇੱਥੇ ਧਰਮਸ਼ਾਲਾ ਵੀ ਬਣਵਾਈ ਹੈ ਔਰ ਉਹਨਾਂ ਨੂੰ ਕਿਹਾ ਵੀ ਤੁਸੀਂ ਨਾਮ ਵੀ ਜਪਣਾ ਹੈ ਤੇ ਦਾਨ ਵੀ ਕਰਨਾ ਹੈ, ਪਰਮੇਸ਼ਰ ਨੂੰ ਸਿਮਰਨਾ ਹੈ ਤੇ ਡੇਲੀ ਰੋਜ਼ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਵੀ ਕਰਨਾ ਹੈ। ਹਾਂਜੀ। ਸਤਿਗੁਰ ਕੇ ਸਿਮਰਨ ਮਹਿ ਲਾਗੇ, ਭਗਤ ਭਾਉ ਮੈਂ ਮਨ ਅਨੁਰਾਗੇ। ਇਹ ਹੁਣ ਸਾਰੇ ਲੋਕ ਸਤਿਗੁਰੂ ਦੇ ਸਿਮਰਨ ਵਿੱਚ ਲੱਗੇ। ਇਹ ਸਾਰੇ ਲੋਕ ਪਰਮੇਸ਼ਰ ਦੀ ਭਾਉ ਭਗਤੀ ਵਿੱਚ ਜੁੜੇ। ਹਾਂਜੀ। ਕਿਤਕ ਦਿਵਸ ਰਹਿ ਦੇ ਉਪਦੇਸਾ, ਵਿਦਾ ਹੋਏ ਗਮਣੇ ਜਗਤੇਸਾ। ਇਸ ਤਰ੍ਹਾਂ ਕੁਝ ਸਮਾਂ ਸਤਿਗੁਰੂ ਇੱਥੇ ਰਹੇ, ਇੱਥੇ ਸਿੱਖੀ ਪ੍ਰਗਟਾਈ, ਇਹਨਾਂ ਤੋਂ ਧਰਮ ਦਾ ਅਸਥਾਨ ਧਰਮਸ਼ਾਲਾ ਬਣਵਾਈ। ਫਿਰ ਇਹਨਾਂ ਨੂੰ ਸਿੱਖੀ ਦੀ ਰੌ ਰੀਤ ਵੀ ਦ੍ਰਿੜ ਕਰਾਈ, ਮਰਿਆਦਾ ਵੀ ਦੱਸੀ ਵੀ ਸਿੱਖੀ ਦੀ ਮਰਿਆਦਾ ਇਹ ਹੈ। ਇੱਥੋਂ ਫਿਰ ਸਤਿਗੁਰੂ ਜੀ ਹੋਰ ਅੱਗੇ ਚੱਲੇ ਨੇ। ਹਾਂਜੀ। ਹਾਰੂਪੁਰ ਇੱਕ ਟਾਪੂ ਮਾਹੀ, ਤਹਾਂ ਚੱਲਣ ਕੀ ਭੀ ਮਨ ਚਾਹੀ। ਕਵੀ ਜੀ ਨੇ ਲਿਖਿਆ ਕਿ ਇੱਥੋਂ ਸਤਿਗੁਰੂ ਜੀ ਹਾਰੂ ਨਾਂ ਦੇ ਟਾਪੂ ਤੇ ਗਏ ਨੇ। ਭਾਈ ਵੀਰ ਸਿੰਘ ਨੇ ਇਹਦੀ ਵਿਆਖਿਆ ਵਿੱਚ ਲਿਖਿਆ ਵੀ ਇਹ ਜਗ੍ਹਾ ਗੁਜਰਾਤ ਵਿੱਚ ਹੈ। ਇੱਥੇ ਬਾਮੀਆਂ ਦਾ, ਸਰੇਵੜਿਆਂ ਦਾ ਬੜਾ ਬੋਲਬਾਲਾ ਸੀ ਇਸ ਇਲਾਕੇ ਵਿੱਚ। ਉਹਨਾਂ ਲੋਕਾਂ ਦੀ ਇੱਥੇ ਬੜੀ ਮਨੌਤ ਸੀ। ਹੁਣ ਉਹ ਵੀ ਰੱਬ ਨੂੰ ਨਹੀਂ ਮੰਨਦੇ। ਸਤਿਗੁਰੂ ਜੀ ਇੱਥੇ ਜਾਣਾ ਚਾਹੁੰਦੇ ਨੇ। ਹਾਂਜੀ।
ਮਰਦਾਨੇ ਸੋ ਬੋਲੇ ਤਬ ਹੀ, ਵਾਹਿਗੁਰੂ ਜਪ ਆਵੋ ਸਭ ਹੀ। ਸਤਿਗੁਰੂ ਜੀ ਸਮੁੰਦਰ ਤੇ ਤੁਰੇ ਨੇ ਤੇ ਭਾਈ ਮਰਦਾਨੇ ਨੂੰ ਆਪਣੇ ਸੇਵਕਾਂ ਨੂੰ ਕਹਿੰਦੇ ਨੇ ਵੀ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਦੇ ਤੁਰੇ ਆਉਣਾ ਹੈ। ਹਾਂਜੀ। ਉਪਰ ਸਾਗਰ ਕੇਰ ਕਿਰਪਾਲਾ, ਹਮ ਕੋਲੇ ਗਮਨੇ ਤਤਕਾਲਾ। ਅੱਗੇ ਅੱਗੇ ਸਤਿਗੁਰੂ ਨੇ, ਮਗਰ ਸਤਿਗੁਰੂ ਜੀ ਦੇ ਸੇਵਕ ਨੇ ਤੇ ਮੁਖ ਦੇ ਵਿੱਚ ਉਹਨਾਂ ਦੇ ਵਾਹਿਗੁਰੂ ਦਾ ਜਾਪ ਹੈ, ਸਿਮਰਨ ਹੈ। ਹਾਂਜੀ। ਗੁਰੂ ਕਰੈ ਸੋਹੰ ਕੋ ਜਾਪੂ, ਚੱਲੇ ਜਾਤ ਕੇ ਵਛੁਵੈ ਨ ਆਪੂ। ਹੁਣ ਵਾਹਿਗੁਰੂ ਦਾ ਅਰਥ ਜਿਹੜਾ ਗੁਰੂ ਤੂੰ ਧੰਨ ਹੈ, ਗੁਰੂ ਤੈਨੂੰ ਸ਼ਾਬਾਸ਼ ਹੈ, ਗੁਰੂ ਤੂੰ ਹੀ ਤੂੰ ਹੈ, ਇਹ ਸਾਰੇ ਅਰਥ ਵਾਹਿਗੁਰੂ ਦੇ ਨੇ। ਸਤਿਗੁਰੂ ਜੀ ਦੇ ਮੁਖ ਤੋਂ ਸ਼ਬਦ ਨਿਕਲਿਆ ਸੋਹੰ, ਇਹ ਭਾਈ ਮਰਦਾਨੇ ਨੇ ਵੀ ਸੁਣਿਆ। ਹਾਂਜੀ। ਸਾਗਰ ਬੀਚ ਪਹੁੰਚੇ ਜਬ ਹੀ, ਜਾਪ ਵਾਹਿਗੁਰੂ ਤਜ ਕਰ ਤਬ ਹੀ। ਇਹ ਜਦੋਂ ਜਿੰਨਾ ਕੁ ਸਮੁੰਦਰ ਉਲੰਘਣਾ ਸੀ ਅੱਧ ਤੱਕ ਗਏ ਨੇ ਤੇ ਭਾਈ ਮਰਦਾਨੇ ਨੇ ਸੋਚਿਆ ਵੀ ਮੈਂ ਵੀ ਉਹੀ ਬੋਲਾਂ ਜੋ ਬਾਬਾ ਨਾਨਕ ਜੀ ਬੋਲਦੇ ਨੇ, ਮੈਂ ਵਾਹਿਗੁਰੂ ਕਿਉਂ ਕਵਾਂ, ਜੇ ਉਹ ਸੋਹੰ ਕਹਿੰਦੇ ਨੇ ਮੈਂ ਵੀ ਸੋਹੰ ਕਹਿਣਾ। ਇਹਨਾਂ ਨੇ ਵੀ ਸੋਹੰ ਬੋਲਣਾ ਸ਼ੁਰੂ ਕਰ ਦਿੱਤਾ। ਹਾਂਜੀ। ਸੋਹੰ ਕਰਨ ਲੱਗਾ ਮਰਦਾਨਾ, ਸ਼੍ਰੀ ਗੁਰ ਸਮਤਾ ਚਹਿਤ ਇਆਨਾ। ਜਦੋਂ ਭਾਈ ਮਰਦਾਨੇ ਨੇ ਸਮਤਾ ਕਰਨ ਦੀ ਕੋਸ਼ਿਸ਼ ਕੀਤੀ ਹੈ, ਸਾਡੇ 'ਚ ਬੜੇ ਸਾਰੇ ਨੇ ਜਿਹੜੇ ਗੁਰੂ ਦੀ ਨਕਲ ਕਰਨੀ ਚਾਹੁੰਦੇ ਨੇ। ਵੇਖੋ, ਇਹ ਤਾਂ ਉਪਦੇਸ਼ ਹੈ ਕਿ ਗੁਰਸਿੱਖ ਮੀਤ ਚਲੋ ਗੁਰ ਚਾਲੀ, ਗੁਰੂ ਦੇ ਰਸਤੇ ਤੇ। ਪਰ ਗੁਰੂ ਦੀ ਨਕਲ ਕਰੋਗੇ, ਉੱਦਾਂ ਦੀਆਂ ਕਲਗੀਆਂ ਲਾਓਗੇ, ਉੱਦਾਂ ਦੇ ਤੁਸੀਂ ਚੋਲੇ ਪਾਓਗੇ, ਉੱਦਾਂ ਦੀ ਤੁਸੀਂ ਬਹਿ ਕੇ ਮੱਥੇ ਟਿਕਾਓਗੇ, ਭਾਈ ਉਹ ਨਹੀਂ ਪ੍ਰਮਾਣ ਹੋਏਗਾ। ਨਕਲ ਨਹੀਂ ਕਰਨੀ। ਇਹ ਇੱਕ ਉਪਦੇਸ਼ ਹੈ। ਇਸੇ ਕਰਕੇ ਕਈ ਟਰੱਕਾਂ ਵਾਲਿਆਂ ਨੇ ਲਿਖਿਆ ਹੁੰਦਾ, ਉਹ ਕਹਿੰਦੇ ਹੁੰਦੇ ਨੇ ਸਾਡ ਨਾ ਰੀਸ ਕਰ, ਜਿਵੇਂ ਮੈਂ ਮਿਹਨਤ ਕਰਦਾ ਤੂੰ ਵੀ ਕਰ। ਉੱਥੇ ਰੀਸ ਦਾ ਅਰਥ ਨਕਲ ਉਤਾਰਨਾ ਨਹੀਂ ਹੁੰਦਾ। ਰੀਸ ਦਾ ਮਤਲਬ ਹੁੰਦਾ ਵੀ ਜਿਵੇਂ ਇੱਕ ਮਿਹਨਤ ਕਰਦਾ ਤੁਸੀਂ ਵੀ ਉਵੇਂ ਕਰੋ, ਜਿਵੇਂ ਇੱਕ ਦਿਨ ਰਾਤ ਦੌੜਦਾ ਹੈ ਤੁਸੀਂ ਵੀ ਦੌੜੋ। ਭਾਈ ਗੁਰੂ ਦੇ ਰਸਤੇ ਤੇ ਤੁਰਨਾ ਤਾਂ ਸਿੱਖੀ ਹੈ, ਪਰ ਗੁਰੂ ਦੀਆਂ ਨਕਲਾਂ ਉਤਾਰਨੀਆਂ ਇਹ ਪਾਪ ਹੈ। ਇਸੇ ਕਰਕੇ ਕਦੇ ਸਿੱਖਾਂ ਨੇ ਪ੍ਰਵਾਨ ਨਹੀਂ ਕੀਤਾ ਕਿ ਕੋਈ ਫਿਲਮ ਬਣ ਜਾਏ, ਕੋਈ ਡਰਾਮਾ ਬਣ ਜਾਏ, ਕੋਈ ਨਾਟਕ ਬਣ ਜਾਏ ਤਾਂ ਉਹਦੇ ਵਿੱਚ ਕੋਈ ਨਕਲੀ ਗੁਰੂ ਬਣ ਜਾਏ। ਇੱਕ ਫਿਲਮ ਆਈ ਸੀ ਔਰ ਰੁਲ ਗਈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਮ ਤੇ ਇੱਕ ਫਿਲਮ, ਸ਼ਾਇਦ ਉਹਦਾ ਬਣਾਉਣ ਵਾਲਾ ਜਿਹੜਾ ਸੀ ਵੀਰ ਸਿੱਕਾ ਸੀ, ਹਾਲਾਂਕਿ ਅਸੀਂ ਉਹਦੇ ਘਰ ਵੀ ਗਏ, ਨਾਨਕ ਸ਼ਾਹ ਫਕੀਰ ਉਹਨੇ ਫਿਲਮ ਬਣਾਈ ਸੀ। ਉਹ ਰੁਲੀ ਇਸੇ ਕਰਕੇ, ਉਹਦੇ 'ਚ ਕੋਈ ਬੇਬੇ ਨਾਨਕੀ ਬਣ ਗਈ, ਕੋਈ ਪਿਤਾ ਕਾਲੂ ਬਣ ਗਿਆ, ਕੋਈ ਮਾਂ ਤ੍ਰਿਪਤਾ ਬਣ ਗਈ। ਹੁਣ ਕੌਣ ਬਰਦਾਸ਼ਤ ਕਰੇਗਾ ਕਿ ਐਵੇਂ ਵਿਆਹਾਂ ਸ਼ਾਦੀਆਂ ਤੇ ਨੱਚਣ ਵਾਲੀ ਕੋਈ ਕਵੇ ਜੀ ਮੈਂ ਬੇਬੇ ਨਾਨਕੀ ਹਾਂ। ਸਿੱਖ ਤਾਂ ਨਹੀਂ ਬਰਦਾਸ਼ਤ ਕਰਦੇ। ਦੇਖੋ, ਸਨਾਤਨ ਮੱਤ ਵਿੱਚ ਹੋ ਸਕਦਾ ਵੀ ਕੋਈ ਐਕਟਰ ਰਾਮ ਬਣ ਗਿਆ, ਕੋਈ ਲਕਸ਼ਮਣ ਬਣ ਗਿਆ, ਕੋਈ ਕ੍ਰਿਸ਼ਨ ਜੀ ਬਣ ਗਿਆ, ਕਿਸੇ ਨੇ ਸੀਤਾ ਜੀ ਦੀ ਨਕਲ ਕਰ ਲਈ। ਸਿੱਖਾਂ ਦੇ ਵਿੱਚ ਪ੍ਰਵਾਨ ਨਹੀਂ ਹੈ। ਹਾਲਾਂਕਿ ਉਹ ਫਿਲਮ ਬੜੀ ਚੰਗੀ ਸੀ, ਬੜਾ ਖਰਚ ਕੀਤਾ ਸੀ ਉਹਨੇ, ਪਰ ਰੁਲ ਗਈ ਇਸੇ ਕਰਕੇ ਕਿ ਉਹ ਆਮ ਵਿਅਕਤੀਆਂ ਨੂੰ ਉਹਨੇ ਉਸ ਕਰੈਕਟਰ ਦੇ ਵਾਸਤੇ ਐਕਟਿੰਗ ਕਰਨ ਲਈ ਅੱਗੇ ਲੈ ਕੇ ਆਂਦਾ। ਸਿੱਖਾਂ ਨੇ ਕਿਹਾ ਬਿਲਕੁਲ ਬਰਦਾਸ਼ਤ ਨਹੀਂ ਹੋਏਗਾ। ਗੁਰੂ ਦੀ ਨਕਲ ਨਹੀਂ ਕੀਤੀ ਜਾ ਸਕਦੀ, ਗੁਰੂ ਦੇ ਰਸਤੇ ਤੇ ਤੁਰਿਆ ਜਾ ਸਕਦਾ ਹੈ। ਹੁਣ ਭਾਈ ਮਰਦਾਨੇ ਨੇ ਨਕਲ ਕਰਨ ਦੀ ਕੋਸ਼ਿਸ਼ ਕੀਤੀ ਕਿ ਜੇ ਸੋਹਣ ਕਹਿੰਦੇ ਨੇ ਤੇ ਮੈਂ ਵੀ ਕਵਾਂ। ਹਾਂਜੀ। ਬੂਡਨ ਲੱਗਾ ਸਿੰਧ ਕੇ ਮਾਹੀ,
ਬਹੁ ਡੁਬਕੀ ਲੀਨੀ ਜਬ ਤਾਹੀ। ਤੇ ਸਮੁੰਦਰ ਵਿੱਚ ਡੁੱਬਣਾ ਸ਼ੁਰੂ ਹੋ ਗਿਆ। ਤੇ ਜਦੋਂ ਇੱਕ ਡੁਬਕੀ ਆਈ, ਪਾਣੀ ਦੇ ਵਿੱਚ ਵੀ ਹਲਚਲ ਹੋਈ ਹੋਏਗੀ, ਮੂੰਹ ਚੋਂ ਕੋਈ ਨਾ ਕੋਈ ਆਵਾਜ਼ ਵੀ ਨਿਕਲੀ ਹੋਏਗੀ। ਤੇ ਗੁਰੂ ਨਾਨਕ ਦੇ ਪਿਤਾ ਮਹਾਰਾਜ ਨੇ ਪਿੱਛੇ ਮੁੜ ਕੇ ਤੱਕਿਆ। ਹਾਂਜੀ। ਗਰੀਬ ਫੇਰ ਸ਼੍ਰੀ ਗੁਰ ਪਿਖਾ ਭੀਗ ਗਏ ਜਿਹ ਚੀਰ। ਸਤਿਗੁਰੂ ਮਹਾਰਾਜ ਨੇ ਤੱਕਿਆ ਤੇ ਮਰਦਾਨਾ ਜੀ ਦੇ ਜਿਹੜੇ ਬਸਤਰ ਸੀ ਉਹ ਸਾਰੇ ਭਿੱਜ ਚੁੱਕੇ ਸੀ। ਇੱਕ ਡੁਬਕੀ ਉਹ ਸਮੁੰਦਰ 'ਚ ਮਾਰ ਬੈਠਾ ਸੀ। ਹਾਂਜੀ। ਬੂਡਤ ਤਿਹ ਕੋ ਜਾਣ ਕੈ ਬੋਲੇ ਗੁਣੀ ਗਹੀਰ। ਸਤਿਗੁਰੂ ਨੇ ਭਾਈ ਮਰਦਾਨੇ ਨੂੰ ਡੁੱਬਦਿਆਂ ਵੇਖਿਆ ਤੇ ਆਪਣੇ ਮੁਖ ਤੋਂ ਬਚਨ ਆਖੇ। ਕਵੀ ਜੀ ਕਹਿੰਦੇ ਨੇ ਗੁਣੀ ਗਹੀਰ ਨੇ, ਇਹ ਗੁਣਾਂ ਦਾ ਘਰ ਨੇ ਗੁਰੂ ਨਾਨਕ ਸਾਹਿਬ। ਹਾਂਜੀ। ਗੁਰ ਕਹਿਆ ਸਾਕਾਰ ਕਮਾਵੋ ਗੁਰ ਕੀ ਕਰਨੀ ਕਾਹੇ ਤਾਵੋ। ਸਤਿਗੁਰੂ ਕਹਿਣ ਲੱਗੇ ਭਾਈ ਜੋ ਗੁਰੂ ਕਹਿੰਦਾ ਉਹ ਕਰੋ, ਗੁਰੂ ਦੀ ਕਰਨੀ ਦੀ ਨਕਲ ਨਹੀਂ ਕਰਨੀ, ਗੁਰੂ ਦੇ ਬਚਨਾਂ ਤੇ ਅਮਲ ਕਰਨਾ ਹੈ। ਹੁਣ ਵੇਖਣਾ ਗੁਰੂ ਕਲਗੀਧਰ ਪਿਤਾ ਨੇ ਖਾਲਸੇ ਨੂੰ ਸਾਜਿਆ, ਤੇ ਜੇ ਹੁਣ ਹਰ ਜਗ੍ਹਾ ਜਿੱਥੇ ਅੰਮ੍ਰਿਤ ਸੰਚਾਰ ਹੋਵੇ ਉੱਥੇ ਪੰਜ ਪਿਆਰੇ ਸ਼ਮਸ਼ੀਰ ਕੱਢ ਲੈਣ ਵੀ ਸਿਰ ਚਾਹੀਦਾ ਜੀ, ਵੀ ਤੁਸੀਂ ਗੁਰੂ ਗੋਬਿੰਦ ਸਿੰਘ ਥੋੜਾ ਬਣ ਸਕਦੇ ਹੋ। ਗੁਰੂ ਨੇ ਇੱਕ ਮਰਿਆਦਾ ਬੰਨ੍ਹ ਦਿੱਤੀ ਵੀ ਤੁਸੀਂ ਪੰਜ ਪਿਆਰਿਆਂ ਦੀ ਸੇਵਾ ਨਿਭਾ ਸਕਦੇ ਹੋ। ਪਰ ਉਹ ਕਹਿਣ ਜੀ ਲਿਆਓ ਜੀ ਸਾਨੂੰ ਵੀ, ਅਸੀਂ ਵੀ ਖਾਲਸਾ ਪ੍ਰਗਟ ਕਰਨਾ ਹੈ। ਹਰ ਐਤਵਾਰੀ ਖਾਲਸਾ ਪ੍ਰਗਟ ਹੋਣਾ ਸ਼ੁਰੂ ਹੋ ਜਾਏ, ਹਰ ਬੁੱਧਵਾਰ ਹੋਣਾ ਸ਼ੁਰੂ ਹੋ ਜਾਏ, ਹਰ ਕਲੋਨੀ ਮਹੱਲੇ 'ਚ ਖਾਲਸਾ ਪ੍ਰਗਟ ਹੋਣਾ ਸ਼ੁਰੂ ਹੋ ਜਾਏ, ਫਿਰ ਤਾਂ ਗਲੀ ਗਲੀ ਗੁਰੂ ਗੋਬਿੰਦ ਸਿੰਘ ਤੁਰਨੇ ਸ਼ੁਰੂ ਹੋ ਜਾਣਗੇ। ਮੈਂ ਤਾਂ ਬਹੁਤ ਵਾਰੀ ਬੇਨਤੀ ਸੁਣਾਈ ਵੀ ਰਾਜਸਥਾਨ ਦੇ ਵਿੱਚ ਇੱਕ ਹਲਵਾਈ ਨੂੰ ਉਹਨਾਂ ਨੇ ਰਾਵਣ ਦਾ ਰੋਲ ਦੇਤਾ। ਹੁਣ ਰਾਵਣ ਦਾ ਰੋਲ ਤੇ ਉਹਨੇ ਕਰ ਲਿਆ, ਕੰਮ ਤੇ ਉਹਦਾ ਹਲਵਾਈ ਦਾ ਸੀ। ਹੁਣ ਜਿਹੜਾ ਕੰਮ ਉਹ 23 ਘੰਟੇ ਕਰਦਾ ਸੀ, ਉਹਨੇ 1 ਘੰਟੇ 1.5 ਘੰਟੇ ਨਾਲ ਕੀ ਫਰਕ ਪੈਂਦਾ। ਉਹਦੀ ਕਿਤੇ ਸਟੇਜ ਤੇ ਲੜਾਈ ਹੋ ਗਈ, ਲੜਾਈ ਹੋ ਗਈ ਤਾਂ ਆਪਣੇ ਹਲਵਾਈ ਪੁਣੇ ਤੋਂ ਉਤਰ ਆਇਆ। ਇਹੋ ਜਿਹੀਆਂ ਕਈ ਤੁਹਾਨੂੰ ਅੱਜ ਵੀਡੀਓ ਮਿਲਣਗੀਆਂ ਕਿ ਸਟੇਜ ਦੇ ਉੱਤੇ ਹੀ ਉਹ ਵੱਖਰੇ ਵੱਖਰੇ ਕਰੈਕਟਰ ਨਿਭਾਉਣ ਵਾਲੇ ਲੋਕ ਛੋਟੀ ਜੀ ਗੱਲ ਤੇ ਲੜੇ, ਗਾਲਿਓ ਗਾਲੀ ਹੋ ਗਏ, ਹੱਥੋਂ ਪਾਈ ਹੋ ਗਏ। ਉਹ ਜਿਹੜਾ ਸ਼ਿਸ਼ ਕਹਿੰਦਾ ਸੀ ਤੂੰ ਮੇਰਾ ਭਗਵਾਨ ਹੈ, ਉਹ ਮੋਟਾ ਤਾਜ਼ਾ ਹੋਣ ਕਰਕੇ ਥੱਲੇ ਚੁੱਕ ਸੁੱਟਦਾ। ਤੋ ਇਹਦੇ ਨਾਲ ਬੇਅਦਬੀ, ਅਨਾਦਰ ਹੁੰਦਾ, ਅਪਮਾਨ ਹੁੰਦਾ ਉਸ ਕਰੈਕਟਰ ਦਾ, ਉਸ ਮਹਾਨ ਵਿਅਕਤੀ ਦਾ। ਤੋ ਇਸ ਕਥਾ ਦੇ ਵਿੱਚ ਆਉਂਦਾ ਹੈ ਕਿ ਗੁਰੂ ਪਿਤਾ ਜੀ ਨੇ ਕਿਹਾ ਵੀ ਮਰਦਾਨਿਆ ਇਹ ਕੀ ਗੁਰ ਕੀ ਕਰਨੀ ਕਾਹੇ ਧਾਵੋ, ਗੁਰੂ ਦੀ ਨਕਲ ਕਰਨ ਦੀ ਕੋਸ਼ਿਸ਼ ਤੂੰ ਕਿਉਂ ਕਰ ਰਿਹਾ ਹੈ। ਸਿਰਫ ਇਹੀ ਕਰ, ਗੁਰ ਕਹਿਆ ਸਾ ਕਾਰ ਕਮਾਵੋ, ਸਿਰਫ ਗੁਰੂ ਦੇ ਬਚਨ ਨੂੰ ਕਮਾਓ ਜੋ ਗੁਰੂ ਨੇ ਕਿਹਾ। ਹੁਣ ਇੱਥੇ ਗੁਰੂ ਦੇ ਬਚਨਾਂ ਦੇ ਉੱਤੇ ਵੀ ਅੱਗੋਂ ਫਿਰ ਸਟੱਡੀ ਸ਼ੁਰੂ ਹੋ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਦ੍ਰਿੜ ਕੀਤਾ ਜਾ ਸਕਦਾ ਹੈ, ਪਰ ਗੁਰੂ ਸਾਹਿਬ ਦੀ ਬਾਣੀ ਦੇ ਉੱਤੇ ਜੇ ਆਪਾਂ ਸਟੱਡੀ ਕਰਨੀ ਸ਼ੁਰੂ ਕਰ ਦਈਏ ਤੇ ਇਹ ਤਾਂ ਗੁਨਾਹ ਹੋ ਜਾਏਗਾ, ਇਹ ਤਾਂ ਪਾਪ ਹੋ ਜਾਏਗਾ। ਗੁਰੂ ਦੇ ਉਪਦੇਸ਼ ਨੂੰ ਸਿੱਖਿਆ ਜਾ ਸਕਦਾ ਹੈ, ਗੁਰੂ ਦੇ ਬਚਨਾਂ ਦਾ ਪੋਸਟਮਾਰਟਮ ਨਹੀਂ ਹੋ ਸਕਦਾ, ਚੀਰ ਫੜ ਨਹੀਂ ਹੋ ਸਕਦੀ। ਹਾਂਜੀ। ਸੁਣ ਸਮਝਿਓ ਪੁੰਨ ਮਨ ਮਰਦਾਨਾ ਵਾਹ ਗੁਰੂ ਕੋ ਜਾਪ ਬਖਾਨਾ। ਮਰਦਾਨੇ ਨੂੰ ਫਿਰ ਸਮਝ ਆ ਗਈ। ਹੁਣ ਗੁਰੂ ਦੇ ਬਚਨਾਂ ਅਨੁਸਾਰ ਉਹ ਵਾਹਿਗੁਰੂ ਨੂੰ ਸਿਮਰਦਾ ਤੇ ਤੁਰਦਾ ਹੈ। ਹਾਂਜੀ। ਅਗਰਜ ਹੀ ਸਮ ਚਲਤਾ ਭਇਓ ਸਿੰਧ ਬੂਡਨੇ ਤੇ ਰਹਿ ਗਇਓ। ਇਸ ਤਰ੍ਹਾਂ ਚੱਲਦਿਆਂ ਚੱਲਦਿਆਂ ਫਿਰ ਉਹ ਸਮੁੰਦਰ ਦੇ ਵਿੱਚ ਡੁੱਬਣ ਤੋਂ ਬਚ ਗਿਆ। ਸਫ਼ਰ ਜਿਹੜਾ ਸੀ ਉਹ ਉਲੰਘਣਾ ਸ਼ੁਰੂ ਹੋ ਗਿਆ। ਹਾਂਜੀ। ਇਸ ਪ੍ਰਕਾਰ ਗੇ ਸਾਗਰ ਪਾਰਾ ਪਹੁੰਚੇ ਟਾਪੂ ਕੇਰ ਮੰਝਾਰਾ। ਇਸ ਤਰ੍ਹਾਂ ਸਾਰਾ ਸਾਗਰ ਲੰਘ ਕੇ, ਪਾਣੀ ਲੰਘ ਕੇ, ਹੁਣ ਇਹ ਜਿਹੜਾ ਸੀ ਇਹ ਟਾਪੂ ਸੀ, ਇੱਕ ਜਖੀਰਾ ਸੀ। ਇਹਨੂੰ ਜਖੀਰਾ ਵੀ ਕਹਿੰਦੇ ਨੇ, ਟਾਪੂ ਵੀ ਕਹਿੰਦੇ ਅਸੀਂ, ਇਹਨੂੰ ਦੀਪ ਵੀ ਕਹਿੰਦੇ ਨੇ।
ਜਿੱਥੇ ਸਾਰੇ ਪਾਸੇ ਪਾਣੀ ਪਾਣੀ ਹੋਵੇ ਤੇ ਵਿਚਕਾਰ ਧਰਤੀ ਹੋਵੇ। ਇਸ ਟਾਪੂ ਤੇ ਸਤਿਗੁਰੂ ਪਹੁੰਚੇ ਨੇ। ਇਹਦਾ ਨਾਂ ਕਵੀ ਜੀ ਨੇ ਹਾਰੂ ਨਗਰ ਲਿਖਿਆ ਹੈ। ਹਾਂਜੀ। ਹਾਰੂ ਨਗਰ ਬਿਖੇ ਜਬ ਗਏ, ਇਕ ਤਰ ਨੀਚੇ ਬੈਠਤ ਪਏ। ਇੱਥੇ ਜਦੋਂ ਸਤਿਗੁਰੂ ਗਏ ਨੇ ਤੇ ਉਹ ਪਹਿਲਾਂ ਦੀ ਤਰ੍ਹਾਂ ਜਿਵੇਂ ਉਹਨਾਂ ਦੀ ਇੱਕ ਰੋ ਰੀਤ ਹੈ ਕਿ ਉਹ ਕਿਸੇ ਦੇ ਘਰ ਨਹੀਂ ਜਾਂਦੇ, ਬਾਹਰ ਦਰਖਤ ਦੇ ਥੱਲੇ ਹੀ ਉਹਨਾਂ ਨੇ ਆਪਣਾ ਆਸਣ ਕਰ ਲਿਆ। ਹਾਂਜੀ। ਭੂਪ ਪ੍ਰਜਾ ਤਹਿ ਦੇਸ਼ ਮਜਾਰੀ, ਸਭ ਸਰੇਵਰੇ ਕੀ ਅਨਸਾਰੀ। ਇੱਥੋਂ ਦੇ ਜਿਹੜੇ ਲੋਕ ਸੀ ਉਹ ਸਰੇਵੜੇ ਦੀ ਪੂਜਾ ਕਰਦੇ ਸੀ, ਉਹ ਸੁਲਤਾਨ ਦੀ ਪੂਜਾ ਕਰਦੇ ਸੀ। ਇਹ ਸਾਰੇ ਸਖੀ ਸਰਵਰ ਨੂੰ ਮੰਨਣ ਵਾਲੇ ਸੀ। ਹਾਂਜੀ। ਤਿਹ ਕੇ ਢਿਗ ਤੇ ਲੈ ਉਪਦੇਸਾ, ਹੁਤੋ ਸਿੱਖ ਸਗਰੋਈ ਦੇਸਾ। ਇਹ ਸਾਰੇ ਉਹਦੇ ਕੋਲੋਂ ਉਪਦੇਸ਼ ਲੈਂਦੇ ਨੇ, ਸਖੀ ਸਰਵਰ ਕੋਲੋਂ, ਜਾਂ ਜਿਹੜਾ ਉਹਦਾ ਅੱਗੋਂ ਅਨੁਯਾਈ, ਉਹਦਾ ਭਰਾਈ। ਉਹਨੂੰ ਮੈਂ ਕੱਲ ਵੀ ਬੋਲਦਿਆਂ ਕਿਹਾ ਸੀ ਕਿ ਸ਼ਾਇਦ ਮੈਂ ਠੀਕ ਕਹਿ ਰਿਹਾ, ਮੈਂ ਅੱਜ ਪੜ੍ਹ ਕੇ ਆਇਆ ਕਿ ਜਿਹੜਾ ਸਖੀ ਸਰਵਰ ਨੂੰ ਮੰਨੇ, ਉਹਦਾ ਪੀਰਖਾਨਾ ਬਣਾਵੇ, ਉਹਦਾ ਦੀਵਾ ਜਗਾਵੇ, ਉਹਦਾ ਰੋਟ ਪਕਾਵੇ, ਇਹ ਜਿਹੜਾ ਗ੍ਰੰਥ ਪੜ੍ਹਦੇ ਨੇ ਉਹਨੂੰ ਦਰੂਦ ਕਹਿੰਦੇ ਨੇ। ਦਰੂਦ ਪੜ੍ਹ ਪੜ੍ਹ ਖੁਸ਼ੀ ਹੋਏ। ਅੱਜ ਮੈਂ ਜਦੋਂ ਇਹਦਾ ਸਾਰਾ ਕੁਝ ਪੜ੍ਹਿਆ ਤੇ ਫਿਰ ਪਤਾ ਲੱਗਾ ਵੀ ਇਹ ਇੱਕ ਬਗਦਾਦੀ ਦਾ ਪੁੱਤਰ ਸੀ ਜਿਹਨੂੰ ਸੁਲਤਾਨ ਕਹਿੰਦੇ ਨੇ, ਤੇ ਮੁਲਤਾਨ ਤੋਂ 12 ਕੋਸ ਦੂਰ ਇਹਦਾ ਜਨਮ ਹੋਇਆ ਹੈ, ਇਹਦਾ ਸੁਲਤਾਨ ਦਾ। ਔਰ ਉਹਦਾ ਨਾਂ ਜਿਹੜਾ ਸਿਆਲਕੋਟ ਹੈ, ਸਿਆਲਕੋਟ ਦੇ ਵਿੱਚ ਜੰਮਿਆ ਤੇ ਇਹ ਹੋਇਆ 13ਵੀਂ ਸਦੀ 'ਚ, ਬਹੁਤ ਪਹਿਲਾਂ ਹੋਇਆ। ਅੱਗੋਂ ਇਹਦੀ ਜਿਹੜੀ ਘਰਵਾਲੀ ਹੈ, ਉਹਦੀ ਜਿਹੜੀ ਕਬਰ ਹੈ ਉਹ ਵੀ ਉੱਥੇ ਸਿਆਲਕੋਟ ਹੀ ਹੈ। ਇਹਦੇ ਅੱਗੋਂ 3 ਪੁੱਤਰ ਸੀ ਤੇ ਮਹਾਨ ਕੋਸ਼ ਵਿੱਚ ਲਿਖਿਆ ਵੀ 1650 ਬੰਦੇ, ਜਦੋਂ ਮਹਾਨ ਕੋਸ਼ ਲਿਖਿਆ ਗਿਆ ਉਦੋਂ ਤੱਕ ਇਹਦੇ ਪੀਰਖਾਨਿਆਂ ਦੀ ਜਿਹੜੀ ਚੜ੍ਹਤ ਹੈ ਉਹ ਵੰਡੀ ਜਾਂਦੀ ਸੀ 3 ਥਾਵਾਂ ਤੇ 3 ਥਾਵਾਂ ਦੇ ਅੱਗੋਂ ਜਿਹੜੇ ਬੱਚੇ ਨੇ, ਪੀੜ੍ਹੀ ਦਰ ਪੀੜ੍ਹੀ, ਪੀੜ੍ਹੀ ਦਰ ਪੀੜ੍ਹੀ, ਪੁਸ਼ਤ ਦਰ ਪੁਸ਼ਤ, ਉਹਨਾਂ ਦੀ ਗਿਣਤੀ 1650 ਹੈ। ਔਰ ਇਹ ਹੈ ਸਖੀ ਸਰਵਰ ਹੀ ਹੈ। ਇਹਨੂੰ ਲਾਲਾ ਵਾਲਾ ਵੀ ਇਸ ਪੀਰ ਇਹਨੂੰ ਕਹਿੰਦੇ ਨੇ, ਲੱਖ ਦਾਤਾ ਪੀਰ ਵੀ ਇਸੇ ਨੂੰ ਕਹਿੰਦੇ ਨੇ, ਤੇ ਧੌਂਕਲੀਆ ਉਹ ਵੀ ਇਸੇ ਨੂੰ ਕਹਿੰਦੇ ਨੇ। ਇਹ 4 ਨਾਂ ਜਿਹੜੇ ਨੇ, ਸਖੀ ਸਰਵਰ, ਲਾਲਾਂ ਵਾਲਾ, ਲੱਖ ਦਾਤਾ ਜਾਂ ਧੌਂਕਲੀਆ, ਇਹ ਇੱਕੋ ਹੀ ਗੱਦੀ ਹੈ। ਅੱਜ ਮੈਂ ਬਕਾਇਦਾ ਇਸ ਨੂੰ ਨੋਟ ਕੀਤਾ, ਪੜ੍ਹਨ ਦੇ ਬੋਸੇ ਤੋਂ ਹੀ ਲੱਗਾ ਸੀ ਵੀ ਇਹਨੂੰ ਜਿਹੜਾ ਮੰਨਦਾ ਉਹਦਾ ਕੀ ਨਾਂ ਹੈ। ਭਾਈ ਮੱਝ ਨੂੰ ਭਰਾਈ ਕਹਿੰਦੇ ਸੀ। ਤਾਂ ਕੱਲ ਮੈਨੂੰ ਥੋੜਾ ਜਿਹਾ ਭੁਲੇਖਾ ਪੈ ਗਿਆ ਵੀ ਉਹ ਜਿਹੜੀ ਮਾਤਾ ਭਾਈ ਲਹਿਣਾ ਜੀ ਦੇ ਪਿਤਾ ਨੂੰ, ਫੇਰੂ ਮੱਲ ਜੀ ਨੂੰ, ਕਿਉਂਕਿ ਫੇਰੂ ਮੱਲ ਜੀ ਦੀ ਭੈਣ ਬਣੀ ਹੋਈ ਸੀ, ਜਿਹੜੀ ਭਾਈ ਲਹਿਣਾ ਜੀ ਨੂੰ ਇੱਥੇ ਖਡੂਰ ਸਾਹਿਬ ਲੈ ਕੇ ਆਉਂਦੀ ਹੈ, ਉਹ ਮਾਤਾ ਭਰਾਈ ਸੀ। ਵਰਾਈ ਵੀ ਕਹਿ ਦਿੰਦੇ ਉਹਨੂੰ ਅਸੀਂ। ਵੈਸੇ ਇਹਨਾਂ ਦਾ ਜਿਹੜਾ ਜੱਦੀ ਪੁਸ਼ਤੀ ਪਿੰਡ ਸੀ ਉਹ ਸਰਾਏ ਨਾਗਾ ਸੀ, ਨਾਗਾ ਸਰਾਏ ਮੁਕਤਸਰ ਸਾਹਿਬ ਦੇ ਕੋਲ ਹੈ। ਤਾਂ ਮੈਂ ਇਸ ਨੂੰ ਅੱਜ ਪੂਰਾ ਪੜ੍ਹਿਆ ਵੀ ਇਹ ਪੜ੍ਹੀਏ ਤਾਂ ਸਹੀ। ਹੁਣ ਇਹਦੀ ਇੱਕ ਕਬਰ ਜਿਹੜੀ ਹੈ ਮਨੌਤ ਜਿਹੜੀ ਇਹਦੀ, ਉਹ ਧੌਕਲ ਪਿੰਡ ਵਿੱਚ ਵੀ ਹੈ, ਸਿਆਲਕੋਟ ਵਿੱਚ ਵੀ ਹੈ, ਤੇ ਜੇ ਆਪਾਂ ਤਰਨ ਤਾਰਨ ਸਾਹਿਬ ਦੀ ਗੱਲ ਕਰੀਏ ਤੇ ਨਗਾਹੇ 'ਚ ਵੀ ਹੈ।
ਤੋ ਇਹ ਜਿਹੜਾ ਹਾਰੂ ਟਾਪੂ ਹੈ, ਇੱਥੇ ਸਭ ਲੋਕ ਇਸ ਸੁਲਤਾਨ ਪੀਰ ਨੂੰ ਮੰਨਦੇ ਸੀ। ਮੈਂ ਫਿਰ ਬੇਨਤੀ ਕਰਾਂ, ਇਹ ਬਗਦਾਦੀ ਦਾ ਪੁੱਤਰ ਹੈ। ਮੈਂ ਜਦੋਂ ਕੁਵੈਤ ਗਿਆ ਨਾ, ਤੇ ਮੈਂ ਸੁਣ ਕੇ ਉੱਥੇ ਹੈਰਾਨ ਸੀ। ਕਹਿੰਦੇ ਇੱਥੇ ਜਿਹੜੇ ਕੁਵੈਤ ਦੇ ਲੋਕ ਇਹਨੂੰ ਕੰਮ ਨਹੀਂ ਕਰਦੇ, ਉਹਨਾਂ ਨੂੰ ਸ਼ੇਖ ਜਿਹੜਾ ਉਹ ਘਰਾਂ 'ਚ ਹੀ ਪੈਸੇ ਦੇਈ ਜਾਂਦਾ। ਫਿਰ ਉਹ ਕਹਿੰਦੇ ਕਾਨੂੰਨ ਵੀ ਨਹੀਂ ਮੰਨਦੇ, ਲਾਲ ਬੱਤੀ ਵੀ ਪਾਰ ਕਰ ਜਾਂਦੇ ਨੇ, ਉਹਨਾਂ ਨੂੰ ਛੇਤੀ ਕੀਤਾ ਪੁਲਿਸ ਵੀ ਨਹੀਂ ਫੜਦੀ। ਤੂੰ ਘੜੀ ਘੜੀ ਸ਼ਬਦ ਕਹਿਣ ਕੁਵੈਤੀ। ਮੈਂ ਕਿਹਾ ਜੀ ਕੁਵੈਤੀ ਦਾ ਮਤਲਬ ਕੀ ਹੈ? ਕਹਿੰਦੇ ਬਹੁਤੇ ਲੋਕ ਬਾਹਰੋਂ ਆਏ ਨੇ, ਕੋਈ ਪਾਕਿਸਤਾਨੀ ਹੈ, ਕੋਈ ਹਿੰਦੁਸਤਾਨੀ ਹੈ, ਕੋਈ ਬੰਗਲਾਦੇਸ਼ੀ ਹੈ। ਜਿਹੜੇ ਮੂਲ ਇੱਥੋਂ ਦੇ ਰਹਿਣ ਵਾਲੇ ਨੇ ਉਹਨੂੰ ਕੁਵੈਤੀ ਕਹਿੰਦੇ ਨੇ। ਇਵੇਂ ਜਿਹੜੇ ਬਗਦਾਦ ਦੇ ਰਹਿਣ ਵਾਲੇ ਉਹਨਾਂ ਨੂੰ ਬਗਦਾਦੀ ਕਹਿ ਦਿੱਤਾ। ਇਹ ਕਿਸੇ ਬਗਦਾਦ ਦੇ ਰਹਿਣ ਵਾਲੇ ਦਾ ਪੁੱਤਰ ਸੀ ਸੁਲਤਾਨ। ਜੰਮਿਆ ਸਿਆਲਕੋਟ ਵਿੱਚ ਹੈ, ਮੁਲਤਾਨ ਤੋਂ ਇਹ 12 ਕੋ ਦੂਰ ਹੈ। ਤੋ ਇਹ ਜਿੱਥੇ ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਗਏ ਨੇ, ਭੂਪ ਪਰਜਾ ਤਿਹ ਦੇਸ਼ ਮਝਾਰੀ ਸਭ ਸਰੇਵਰੇ ਕੀ ਅਨੁਸਾਰੀ। ਰਾਜੇ ਤੋਂ ਲੈ ਕੇ ਪਰਜਾ ਤੱਕ ਸਾਰੇ ਸਖੀ ਸਰਵਰ ਨੂੰ ਮੰਨਦੇ ਸੀ, ਲਾਲਾ ਵਾਲੇ ਨੂੰ ਮੰਨਦੇ ਸੀ, ਲਖਦਾਤੇ ਨੂੰ ਮੰਨਦੇ ਸੀ, ਧੌਕਲੀਏ ਨੂੰ ਮੰਨਦੇ ਸੀ। ਹਾਂਜੀ। ਤਿਹ ਕੇ ਟਿਗ ਤੇ ਲੈ ਉਪਦੇਸਾ ਹੁਤੋ ਸਿੱਖ ਸਗਰੋਈ ਦੇਸਾ। ਇਹ ਸਾਰੇ ਦੀਵਾ ਜਗਾਉਂਦੇ ਸੀ ਵੀਰਵਾਰ, ਉਹਦਾ ਰੋਟ ਪਕਾਉਂਦੇ ਸੀ। ਜਿਹੜਾ ਉਸ ਸਖੀ ਸਰਵਰ ਦਾ ਉਸ ਇਲਾਕੇ ਦਾ ਮੁਖੀ ਹੁੰਦਾ, ਉਹਨੂੰ ਭਰਾਈ ਕਹਿੰਦੇ ਸੀ। ਭਰਾਈ ਕੀ ਕਰਦਾ ਸੀ? ਉਹ ਰੋਟ ਜਦੋਂ ਪੱਕਦਾ ਸੀ, ਜਦੋਂ ਥੋੜ੍ਹਾ ਜਿਹਾ ਤੋੜ ਕੇ ਖਾ ਲੈਂਦਾ ਸੀ, ਜੂਠਾ ਜਿਹੜਾ ਸੀ ਉਹ ਵੰਡ ਦਿੱਤਾ ਜਾਂਦਾ ਸੀ। ਸਾਰੇ ਲੋਕ ਜਿਹੜੇ ਨੇ ਉਹ ਸਖੀ ਸਰਵਰ ਦੇ ਉਪਦੇਸ਼ ਦੇ ਅਨੁਸਾਰ ਰਹਿੰਦੇ ਨੇ। ਇਉਂ ਕਹਿ ਲਈਏ ਸਾਰੇ ਵੀ ਸਖੀ ਸਰਵਰ ਦੀ ਸਿੱਖ ਸਨ, ਉਹਨੂੰ ਮੰਨਣ ਵਾਲੇ ਸਨ। ਹਾਂਜੀ। ਜਬ ਬਰਖਾ ਕੀ ਹੋਵੇ ਚਾਹੀ ਜਾਚਿਤ ਨਰ ਸਭ ਤਿਹ ਕੇ ਪਾਹੀ। ਤੇ ਹੁਣ ਇਹ ਭਰਾਈ ਕੌਣ ਸੀ? ਇੱਥੋਂ ਦਾ ਭਰਾਈ ਉੱਥੋਂ ਦਾ ਰਾਜਾ ਸੀ। ਉਹ ਰਾਜਾ ਆਪ ਹੀ ਭਰਾਈ ਬਣਿਆ ਹੋਇਆ ਸੀਗਾ। ਜਦੋਂ ਇੱਥੇ ਲੋਕਾਂ ਨੂੰ ਬਰਸਾਤ ਚਾਹੀਦੀ ਹੈ, ਮੀਂਹ ਚਾਹੀਦਾ, ਲੋਕ ਰਾਜੇ ਕੋਲ ਜਾਂਦੇ ਸੀ ਤੇ ਰਾਜਾ ਮੀਂਹ ਪਵਾ ਦਿੰਦਾ ਸੀ। ਉਹ ਇਸ ਪੀਰ ਨੂੰ ਮੰਨਦਾ ਸੀ, ਇਹਦਾ ਉਹ ਮੁਖੀਆ ਸੀ ਇੱਥੋਂ ਦਾ। ਹਾਂਜੀ। ਜੰਤਰ ਮੰਤਰ ਕਰ ਸੋ ਬਰਖਾਵੇ ਸਭ ਤੇ ਆਪਣੋ ਨਾਮ ਜਪਾਵੇ। ਉਹਦੇ ਸੁਲਤਾਨ ਦੇ ਜੰਤਰ ਮੰਤਰ ਪੜ੍ਹ ਕੇ ਮੀਂਹ ਪਵਾਉਣਾ, ਤੇ ਦੁਨੀਆ ਜਿਹੜੀ ਸੀ ਉਹਦੀ ਪੂਜਾ ਕਰਦੀ ਸੀ। ਸਭ ਲੋਕ ਉਹਦੇ ਬਣਾਏ ਪੀਰਖਾਨੇ ਤੇ ਮੱਥਾ ਟੇਕਦੇ ਸੀ, ਉਹਦਾ ਰੋਟ ਵੀ ਪਕਾਉਂਦੇ ਸੀ, ਉਹਦਾ ਦੀਵਾ ਵੀ ਜਗਾਉਂਦੇ ਸੀ। ਹਾਂਜੀ। ਤਾਤ ਕਾਮਨਾ ਕਰੇ ਜੋ ਸੁਤ ਦੇਵੈ ਤਿਹ ਧਾਮ। ਜਿਵੇਂ ਕੋਈ ਤਾਤ ਕਾਮਨਾ ਕਰੇ, ਕੋਈ ਪਿਓ ਆਵੇ ਤੇ ਕਵੇ ਕਿ ਪੁੱਤਰ ਚਾਹੀਦਾ, ਤੇ ਇਹ ਜਿਹੜਾ ਪੀਰ ਸੀ ਉਹਨਾਂ ਦੇ ਘਰ ਮੁੰਡਾ ਪੈਦਾ ਕਰ ਦਿੰਦਾ ਸੀ। ਹਾਂਜੀ। ਅਪਰ ਪਦਾਰਥ ਚਾਹ ਕੋ ਪੂਰੈ ਸਭ ਕੀ ਕਾਮ। ਤੇ ਜਿੱਥੇ ਪੁੱਤਰ ਤੱਕ ਮਿਲਦੇ ਹੋਣ, ਬਾਕੀ ਚੀਜ਼ਾਂ ਦੀ ਕੀ ਗਿਣਤੀ ਮਿਣਤੀ ਹੈ ਜੀ। ਜੋ ਕੁਝ ਵੀ ਕਿਸੇ ਨੂੰ ਚਾਹੀਦਾ, ਜੋ ਕੁਝ ਵੀ ਕੋਈ ਮੰਗਦਾ, ਇਹ ਜਿਹੜਾ ਸਖੀ ਸਰਵਰ ਦਾ ਬਣਿਆ ਭਰਾਈ ਰਾਜਾ ਸੀ, ਇਹ ਸਭ ਨੂੰ ਦਿੰਦਾ ਸੀ। ਹਾਂਜੀ। ਤਿਹ ਕੋ ਭਜਨ ਕਰੈ ਨਰ ਸਭ ਹੀ ਸਤਨਾਮ ਸਿਮਰੇ ਨਹਿ ਕਬ ਹੀ। ਇਹਨਾਂ ਨੂੰ ਕੀ ਪਤਾ ਸਤਨਾਮ ਕੀ ਹੁੰਦਾ ਹੈ? ਇਹ ਤਾਂ ਉਸ ਸੁਲਤਾਨ ਦੇ ਸੇਵਕ ਉਹਦੀ ਪੂਜਾ ਕਰਦੇ, ਉਹਦਾ ਸਿਮਰਨ ਕਰਦੇ। ਉਹ ਜਿਵੇਂ ਅੱਜ ਕੱਲ੍ਹ ਜਿਹੜੇ ਮੁਸਲਮਾਨ ਕਵਾਲ ਨੇ, ਉਹਨਾਂ ਦੀਆਂ ਬੜੀਆਂ ਸਾਰੀਆਂ ਕਵਾਲੀਆਂ ਮਿਲਦੀਆਂ ਨੇ। ਉਹ ਪੀਰਾਂ ਵਾਲੇ ਆਵੇ ਤੇਰੀ ਜੁਗਨੀ। ਹੁਣ ਪੀਰਾਂ ਵਾਲਾ ਕੌਣ? ਇਹੀ ਸੁਲਤਾਨ ਹੀ ਹੈ। ਅੱਲਾ ਬਿਸਮਿਲ੍ਲਾ ਤੇਰੀ ਜੁਗਨੀ। ਉਹ ਆਲਮ ਲੋਹਾਰ ਹੋਰਾਂ ਨੇ, ਉਹਦੇ ਵੱਡਿਆਂ ਵਡੇਰਿਆਂ ਨੇ ਇਹ ਬਥੇਰਾ ਗਾਇਆ। ਉਹਨੂੰ ਕਦੇ ਲਖਦਾਤਾ ਕਹਿ ਕੇ ਕਰ ਲਿਆ, ਕਦੇ ਲਾਲਾ ਵਾਲਾ ਪੀਰ ਕਹਿ ਕੇ ਕਰ ਲਿਆ। ਔਰ ਇਹਦੀ ਮਨੌਤ ਪੰਜਾਬ ਦੇ ਵਿੱਚ ਬਹੁਤ ਸੀ।
ਔਰ ਉਹਨੂੰ ਮੰਨਣ ਦੇ ਵਿੱਚ ਭੁੱਲੇ ਭਟਕੇ ਸਿੱਖ ਵੀ ਹੈਗੇ ਸੀ। ਅੱਜ ਵੀ ਹੈਗੇ ਨੇ, ਲੋਕ ਜਾਂਦੇ ਨੇ ਪੀਰਾਂ ਦੀਆਂ ਦਰਗਾਹਾਂ ਤੇ। ਅੰਮ੍ਰਿਤਸਰ ਸਾਹਿਬ ਦੇ ਵਿੱਚ ਕਈ ਜ਼ਿਲ੍ਹੇ ਨੇ ਉਹਦੇ ਲਾਗੇ ਲਾਗੇ ਕਿ ਜੇ ਮੱਝ ਦਾ ਬੱਚਾ ਹੋਵੇ, ਕੋਈ ਕੱਟੀ ਕੱਟਾ ਹੋਵੇ, ਤੇ ਉਹ ਘਰ ਦੁੱਧ ਨਹੀਂ ਉਹਨਾਂ ਚਿਰ ਵਰਤਦੇ ਜਿੰਨਾ ਚਿਰ ਖੀਰ ਨਹੀਂ ਚੜਾ ਕੇ ਆਉਂਦੇ। ਸ਼ੇਖ ਫਤਿਹ ਤੇ ਨਗਾਹਾ ਵੀ ਉੱਥੇ ਹੀ ਹੈ। ਨਹੀਂ ਤੇ ਅੰਮ੍ਰਿਤਸਰ ਸਾਹਿਬ ਦੇ ਲਾਗੇ ਤਰਨ ਤਾਰਨ ਬਣਾਉਣਾ ਕੋਈ ਲੋੜ ਨਹੀਂ ਹੈਗੀ। ਗੁਰੂ ਅਰਜਨ ਸਾਹਿਬ ਨੇ ਬਣਾਇਆ ਹੀ ਇਸੇ ਕਰਕੇ ਸੀ ਕਿ ਲੋਕ ਇਹਨਾਂ ਪੀਰਾਂ ਫਕੀਰਾਂ ਦੀ, ਇਹਨਾਂ ਵਿਅਕਤੀਆਂ ਦੀ ਪੂਜਾ ਤੋਂ ਬਚ ਕੇ ਉਸ ਪਰਮੇਸ਼ਰ ਦੀ ਭਗਤੀ ਕਰਨ। ਕਵੀ ਜੀ ਇੱਥੇ ਲਿਖਦੇ ਨੇ ਕਿ ਤਿਹ ਕੋ ਭਜਨ ਕਰੇ ਨਰ ਸਭ ਹੀ, ਸਤਨਾਮ ਸਿਮਰੈ ਨਹਿ ਕਬ ਹੀ। ਇਹ ਕਦੇ ਵੀ ਸਤਨਾਮ ਦਾ ਸਿਮਰਨ ਨਹੀਂ ਕਰਦੇ। ਹਾਂਜੀ। ਗਾਵਣ ਲੱਗਾ ਬੈਠ ਮਰਦਾਨਾ, ਉਪਮਾ ਸ਼੍ਰੀ ਕਰਤਾਰ ਮਹਾਨਾ। ਸਤਿਗੁਰਾਂ ਨੇ ਆਖਿਆ ਮਰਦਾਨਿਆ ਰਬਾਬ ਵਜਾ, ਸ਼ਬਦ ਸੁਣਾ। ਮਰਦਾਨੇ ਨੇ ਅੱਜ ਗੁਰੂ ਦਾ ਸ਼ਬਦ, ਗੁਰੂ ਕੀ ਬਾਣੀ ਗਾਈ ਹੈ। ਹਾਂਜੀ। ਤਹ ਛਿਨ ਨਰ ਸਮੀਪ ਬਹੁ ਆਏ, ਸੁਨੈ ਸ਼ਬਦ ਕੋ ਪ੍ਰੀਤ ਬੜਾਏ। ਇੱਥੇ ਫਿਰ ਬੜੇ ਸਾਰੇ ਲੋਕ ਇਕੱਠੇ ਹੋ ਗਏ, ਉਹਨਾਂ ਨੇ ਸੰਗੀਤ ਸੁਣਿਆ, ਕਿਉਂਕਿ ਇਸਲਾਮ ਦੇ ਵਿੱਚ ਸੰਗੀਤ ਹਰਾਮ ਹੈ, ਰਾਗ ਹਰਾਮ ਹੈ ਉੱਥੇ। ਇਹ ਜਿਹੜੇ ਕਵਾਲੀਆਂ ਗਾਉਣ ਵਾਲੇ ਵੀ ਲੋਕ ਨੇ ਨਾ, ਇਹਨਾਂ ਨੂੰ ਜਿਹੜੇ ਕੱਟੜ ਮੁਸਲਮਾਨ ਨੇ ਉਹ ਨਹੀਂ ਲਾਇਕ ਕਰਦੇ, ਬਿਲਕੁਲ ਲਾਇਕ ਨਹੀਂ ਕਰਦੇ। ਇੱਥੋਂ ਤੱਕ ਜਿਹੜੀਆਂ ਪੀਰਾਂ ਦੀਆਂ ਦਰਗਾਹਾਂ ਨੇ ਉੱਤੇ ਇਹਨੂੰ ਵੀ ਪ੍ਰਵਾਨ ਨਹੀਂ ਕਰਦੇ, ਉੱਥੇ ਇਹਨਾਂ ਨੂੰ ਵੀ ਹਰਾਮ ਕਹਿੰਦੇ ਨੇ। ਇੱਦਾਂ ਆਹ ਸ਼ਬਦ ਬੋਲਦੇ ਨੇ। ਜਿਹੜੇ ਮੇਰੇ ਦੋਸਤ ਸੀਗੇ ਕਾਸਮੀ ਸਾਹਿਬ, ਉਹ ਕਹਿੰਦੇ ਹੁੰਦੇ ਸੀ, ਕਹਿੰਦੇ ਸੱਚਾ ਮੁਸਲਮਾਨ ਕਬਰਾਂ ਦੀ ਪੂਜਾ ਨਹੀਂ ਕਰਦਾ, ਉਹ ਸਿਰਫ ਇੱਕ ਅੱਲਾ ਦੀ ਪੂਜਾ ਕਰਦਾ ਹੈ। ਮੈਂ ਕਿਹਾ ਜੀ ਫਿਰ ਤੁਹਾਡੇ ਮੁਸਲਮਾਨਾਂ 'ਚ ਦਰਗਾਹ ਬਣੀਆਂ ਨੇ, ਉਹ ਕਹਿ ਦਿੰਦੇ ਹੁੰਦੇ ਸੀ, ਕਹਿੰਦੇ ਸਭ ਹਰਾਮ ਹੈ, ਇਹ ਗਲਤ ਹੈ, ਇਹ ਰੌਂਗ ਹੈ, ਇਹ ਨਹੀਂ ਠੀਕ ਹੈਗਾ। ਤੇ ਮੈਂ ਆਪ ਜੀ ਨੂੰ ਦੱਸਿਆ ਵੀ ਸੀ ਵੀ ਜਿੱਦਣ ਉਹ ਚੜ੍ਹਾਈ ਕੀਤੇ ਪਿਛਲੇ ਸਾਲ, ਉਦੋਂ ਵੀ ਇੱਦਾਂ ਹੀ ਲੋਕਡਾਊਨ ਸੀਗਾ। ਤੇ ਮੈਂ ਗਿਆ, ਮੇਰੇ ਕੋਲ ਪਾਸ ਸੀ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਹੁਣ ਕੀ ਕਰੋਗੇ? ਕਹਿੰਦੇ ਜੀ ਇਹਨਾਂ ਨੂੰ ਅਸੀਂ ਦਫਨਾਵਾਂਗੇ, ਸਪੁਰਦੇ ਖਾਕ ਕਰਾਂਗੇ, ਉੱਥੇ ਇੱਕ ਨਮਾਜ਼ ਹੋਏਗੀ। ਹੁਣ ਇਹ ਨਹੀਂ ਮੈਨੂੰ ਪਤਾ ਵੀ ਉਹ ਦਫਨਾਉਣ ਤੋਂ ਬਾਅਦ ਵਿੱਚ ਪੜ੍ਹਦੇ ਨੇ ਨਮਾਜ਼ ਕਿ ਨਮਾਜ਼ ਪੜ੍ਹ ਕੇ ਮਿੱਟੀ ਪਾਉਂਦੇ ਨੇ ਉੱਤੇ। ਮੈਂ ਕਿਹਾ ਇਸ ਤੋਂ ਬਾਅਦ, ਕਹਿੰਦੇ ਇੱਕ ਨਮਾਜ਼ ਜਾ ਕੇ ਮਸੀਤ ਵਿੱਚ ਹੋਏਗੀ, ਉਸੇ ਟਾਈਮ, ਭਾਵੇਂ ਰਾਤ ਨੂੰ ਹਨੇਰਾ ਹੋ ਜਾਏ। ਮੈਂ ਕਿਹਾ ਉਸ ਤੋਂ ਬਾਅਦ? ਕਹਿੰਦੇ ਉਸ ਤੋਂ ਬਾਅਦ ਕੁਝ ਨਹੀਂ ਹੈ, ਨਾ ਚੌਥਾ ਨਾ ਪੰਜੌਥਾ, ਕਿਉਂਕਿ ਉਹਨਾਂ 'ਚ ਫੁੱਲ ਤਾਂ ਚੁਗਣੇ ਹੀ ਨਹੀਂ ਹੁੰਦੇ ਉਹਨਾਂ ਨੇ। ਮੈਂ ਹੁਣ ਵੀ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਕੋਈ ਆਪਾਂ ਅੱਬਾ ਦਾ ਕੋਈ ਵਰੀਣਾ ਕਰਨਾ ਹੈ? ਤੇ ਉਹ ਬੱਚੇ ਮੈਨੂੰ ਚਾਚਾ ਕਹਿੰਦੇ ਨੇ। ਕਹਿੰਦੇ नहीं चाचा हम नहीं करते, कोई सेमिनार करेंगे अब्बा की याद में, पर जैसे आपके वो बरसी करते हमारे मुसलमानों में नहीं करते। वो मनते ही नहीं, उस समय दे बंदा गया तो चला गया बस। तो इस कथा दे विच आउंदा है कि तै छिन नर समीप बहु आए, सुने शब्द को प्रीत बढ़ाए। उन्होंने पता नहीं कितनी देर बाद किते संगीत सुनिया होएगा, तो फिर गाउण वाला होवे मरदाना, तो साज होवे रबाब, तो शब्द होवे गुरबाणी, तो भाई उहदा असर तो होएगा ही। निरसंदेह उन्होंने पॉप संगीत नहीं सुनिया होना जिहड़ा अज वाला है, ना उन्होंने अज वाले डांस सुने होने ने, क्योंकि जिन्हें ये चीज़ां वेखियां हो सकता है माड़े मोटे गाउण वाले नूं मन्ने ही ना। मैं तो आप जी नूं भी बेनती की भी जो पिंडां विच हुंदे सी ते होर कुछ ना होना तो रामलीला वेखणी चले जाना, पूरे साल विच कोई मनोरंजन हुंदा ही नहीं सी। रेडियो भी किसी अमीर दे घर हुंदा सी, टीवी तो हुंदा ही नहीं सी। टीवी तो मेरे हुंदियां आए आ, ईवन बिजली पिंड च मेरे हुंदियां आई है।
ਸ਼ਾਮ ਨੂੰ ਇੱਕੋ ਹੀ ਕੰਮ ਹੁੰਦਾ ਸੀ ਵੀ ਲਾਲਟਨ ਦਾ ਸ਼ੀਸ਼ਾ ਸਾਫ਼ ਕਰਨਾ ਹੈ ਤੇ ਮਿੱਟੀ ਦਾ ਤੇਲ ਪਵਾ ਕੇ ਲਿਆਉਣਾ ਹੈ ਦੁਕਾਨ ਤੋਂ, ਰੋਜ਼ ਦਾ ਹੀ ਕੰਮ ਹੁੰਦਾ ਸੀ। ਇਹਨੇ ਅਮੀਰ ਹੈ ਨਹੀਂ ਸੀ ਵੀ ਪੀਪਾ ਭਰ ਕੇ ਤੇਲ ਦਾ ਘਰ ਰੱਖ ਲਓ ਤੁਸੀਂ। ਤੋ ਇਸ ਕਥਾ ਦੇ ਵਿੱਚ ਆਉਂਦਾ ਹੈ ਕਿ ਉੱਥੇ ਲੋਕ ਇਕੱਠੇ ਹੋ ਗਏ ਜਦੋਂ ਭਾਈ ਮਰਦਾਨੇ ਤੋਂ ਉਹਨਾਂ ਨੇ ਸ਼ਬਦ ਸੁਣਿਆ। ਹੈ ਤਾਂ ਕੀਰਤਨ ਹੀ ਸੀ, ਇਸ ਨੂੰ ਵੀ ਆਪਾਂ ਕੀਰਤਨ ਹੀ ਕਵਾਂਗੇ। ਇਹੀ ਯੋਗ ਸ਼ਬਦ ਹੈ ਕਿ ਭਾਈ ਮਰਦਾਨਾ ਜੀ ਨੇ ਕੀਰਤਨ ਕੀਤਾ। ਉਹ ਸ਼ਬਦ ਦਾ ਜਾਦੂ ਉਹਨਾਂ ਦੇ ਸਿਰਾਂ ਤੇ ਚੜ੍ਹਿਆ ਤੇ ਉਹ ਸੈਂਕੜਿਆਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਆ ਗਏ ਤੇ ਉਹਨਾਂ ਨੇ ਸੁਣਿਆ। ਹਾਂਜੀ। ਪਾਛੇ ਤੇ ਸੋ ਪੂਛਣ ਲਾਗੇ, ਇਸ ਕੋ ਅਰਥ ਕਹੋ ਹਮ ਆਗੇ। ਜਿਵੇਂ ਭਾਈ ਮਰਦਾਨਾ ਜੀ ਨੇ ਭੋਗ ਪਾਇਆ, ਸਮਾਪਤੀ ਕੀਤੀ, ਕਹਿਣ ਲੱਗੇ ਜੀ ਇਹ ਤੁਸੀਂ ਕੀ ਗਾਇਆ, ਤੁਸੀਂ ਕੀ ਬੋਲਦੇ ਸੀ, ਇਹ ਕਿਹੜੀ ਭਾਸ਼ਾ ਹੈ, ਤੇ ਇਹਦਾ ਮਾਇਨਾ ਕੀ ਹੈ, ਇਹਦੇ ਅਰਥ ਕੀ ਨੇ, ਜੋ ਤੁਸੀਂ ਬੋਲਿਆ ਹੈ ਉਹਦਾ ਭਾਵ ਕੀ ਹੈ। ਹਾਂਜੀ। ਸ਼੍ਰੀ ਗੁਰ ਕਹੈ ਭਜੋ ਹਰ ਨਾਮੁ, ਅੰਤ ਸਮੈ ਜੋ ਆਵੈ ਕਾਮੁ। ਸਤਿਗੁਰੂ ਕਹਿਣ ਲੱਗੇ ਇਹਦਾ ਅਰਥ ਇਹ ਹੈ ਵੀ ਤੁਹਾਨੂੰ ਹਰੀ ਦਾ ਨਾਮ ਸਿਮਰਨਾ ਚਾਹੀਦਾ ਹੈ, ਤੇ ਜਦੋਂ ਮੌਤ ਆਵੇਗੀ ਤੇ ਤੁਹਾਡੇ ਕੰਮ ਆਏਗਾ, ਕਿਉਂਕਿ ਮਰਨ ਵੇਲੇ ਹੋਰ ਤਾਂ ਕੋਈ ਚੀਜ਼ ਕੰਮ ਆਉਂਦੀ ਨਹੀਂ। ਜਿੰਨੀਆਂ ਚੀਜ਼ਾਂ ਨੇ ਮਰਨ ਤੋਂ ਪਹਿਲਾਂ ਦੀਆਂ ਨੇ, ਜਿਵੇਂ ਅੱਜ ਲੱਭਦੇ ਫਿਰਦੇ ਵੈਂਟੀਲੇਟਰ ਜੀ, ਆਕਸੀਜਨ ਜੀ, ਸਿਲੰਡਰ ਜੀ, ਇਹ ਜਿਉਂਦਿਆਂ ਤੱਕ ਹੈ। ਜਦੋਂ ਬੰਦਾ ਮਰ ਜਾਏ ਤਾਂ ਉਹ ਵੈਂਟੀਲੇਟਰ ਮਸ਼ੀਨ ਕੁਛ ਨਹੀਂ ਕਰਦੀ, ਫਿਰ ਗੈਸ ਦਾ ਭਰਿਆ ਸਿਲੰਡਰ ਵੀ ਕੀ ਕਰੇਗਾ। ਸਭ ਹਰ ਚੀਜ਼ ਬੇਮਾਇਨਾ ਹੈ। ਇਸੇ ਕਰਕੇ ਕਿਹਾ ਜਾਂਦਾ ਜੀਵਤ ਲੋ ਵਿਵਹਾਰ ਹੈ। ਇਹ ਸਭ ਵਿਹਾਰ ਜਿਉਂਦੇ ਬੰਦੇ ਦੇ ਨੇ, ਮਰੇ ਦਾ ਕੀ ਹੈ, ਕੁਝ ਵੀ ਨਹੀਂ। ਤੇ ਮਰਨ ਤੋਂ ਬਾਅਦ ਜੇ ਕੋਈ ਕੰਮ ਆਉਂਦਾ ਤੁਹਾਡੇ, ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਉਹ ਹਰੀ ਦਾ ਨਾਮ ਹੈ ਭਾਈ, ਭਜੋ ਹਰ ਨਾਮੋ। ਹਾਂਜੀ। ਬਿਖੈ ਬਿਕਾਰ ਅਲਪ ਸੁਖ ਤਿਆਗੋ, ਭਾਉ ਭਗਤ ਸੋ ਉਰ ਅਨਰਾਗੋ। ਸਤਿਗੁਰੂ ਕਹਿੰਦੇ ਵਿਸ਼ੇ ਵਿਕਾਰ ਛੱਡੋ, ਛੋਟੇ ਛੋਟੇ ਸੁੱਖ ਜਿਹੜੇ ਨੇ ਇਹ ਛੱਡ ਦਿਓ, ਸਗੋਂ ਪਰਮਾਤਮਾ ਦੀ ਭਾਉ ਭਗਤੀ ਆਪਣੇ ਅੰਦਰ ਦ੍ਰਿੜ ਕਰੋ। ਹਾਂਜੀ। ਸੁਣ ਕੈ ਨਰ ਬੋਲਤ ਪਏ, ਹਮਰੋ ਗੁਰ ਹੈ ਜੋਏ। ਉਹ ਨਗਰ ਦੇ ਲੋਕ ਕਹਿਣ ਲੱਗੇ ਮਹਾਰਾਜ ਤੁਹਾਡੀ ਗੱਲ ਕਿਵੇਂ ਮੰਨ ਲਈਏ, ਸਾਡਾ ਗੁਰੂ ਹੈ, ਸਾਡਾ ਪੀਰ ਹੈ, ਤੇ ਅਸੀਂ ਤੇ ਉਹਦਾ ਕਹਿਣਾ ਮੰਨਾਂਗੇ, ਹੁਣ ਉਹਨੂੰ ਛੱਡ ਕੇ ਤੁਹਾਡੇ ਮਗਰ ਤੁਰ ਪਈਏ। ਉਹਨੇ ਸਾਨੂੰ ਕੁਝ ਹੋਰ ਸਿਖਾਇਆ, ਸਾਨੂੰ ਤੁਸੀਂ ਕੋਈ ਹੋਰ ਮਤ ਦੇਣ ਲੱਗੇ ਹੋਏ ਹੋ। ਹਾਂਜੀ। ਨਾਮ ਜਪਾਵਤ ਆਪਣੋ, ਕਹੈ ਨ ਕਰਤਾ ਸੋਏ। ਨਾਮ ਜਪਾਵਤ ਆਪਣੋ, ਤੁਸੀਂ ਆਪਣਾ ਨਾਮ ਜਪਾਉਣ ਦੀ ਗੱਲ ਕਰਦੇ ਹੋ, ਪਰ ਉਹ ਜਿਹੜਾ ਸਾਡਾ ਗੁਰੂ ਹੈ ਉਹ ਸਾਨੂੰ ਆਪਣਾ ਨਾਮ ਜਪਾਉਂਦਾ। ਤੇ ਕਹੇ ਨਾ ਕਰਤਾ ਕੋਈ, ਉਹ ਤੇ ਕਹਿੰਦਾ ਕੋਈ ਹੈ ਹੀ ਨਹੀਂ ਰੱਬ, ਹਰੀ ਕੋਈ ਵੀ ਨਹੀਂ ਹੈਗਾ। ਜਿਹੜਾ ਸਖੀ ਸਰਵਰ ਦਾ ਉਪਾਸ਼ਕ ਹੈ, ਭਰਾਈ ਜਿਹੜਾ ਸਾਡਾ ਗੁਰੂ ਬਣਿਆ ਹੈ, ਜਿਹਨੇ ਸਾਨੂੰ ਸੁਲਤਾਨ ਦੇ ਨਾਲ ਜੋੜਿਆ ਹੈ, ਕਹਿੰਦਾ ਜੀ ਉਹ ਤੇ ਕਹਿੰਦਾ ਵੀ ਕੋਈ ਰੱਬ ਹੈ ਹੀ ਨਹੀਂ ਹੈ। ਹਾਂਜੀ। ਜੈਸੇ ਬ੍ਰਿਖ ਬੀਜ ਤੇ ਜਾਮੈ, ਬੀਜ ਬ੍ਰਿਖ ਤੇ ਹਵੈ ਅਬ ਰਾਮੈ। ਜਿਵੇਂ ਬੀਜ ਤੋਂ ਦਰਖਤ ਪੈਦਾ ਹੁੰਦਾ ਹੈ, ਦਰਖਤ ਤੋਂ ਬੀਜ ਪੈਦਾ ਹੁੰਦੇ ਨੇ, ਬਿਲਕੁਲ ਇਸੇ ਤਰ੍ਹਾਂ ਬੰਦੇ ਤੋਂ ਬੱਚੇ ਪੈਦਾ ਹੁੰਦੇ ਨੇ, ਬੱਚਿਆਂ ਤੋਂ ਫਿਰ ਬੰਦੇ ਬਣਦੇ ਨੇ। ਇਹ 'ਚ ਰੱਬ ਕਿੱਥੋਂ ਆ ਗਿਆ ਜੀ। ਦੇਖੋ ਬੀਜ ਬੀਜਿਆ ਤੇ ਰੁੱਖ ਪੈਦਾ ਹੋ ਗਿਆ, ਰੁੱਖ ਨੂੰ ਬੀਜ ਲੱਗੇ, ਅੱਗੋਂ ਬੀਜ ਹੋਰ ਬਣ ਗਿਆ, ਤੇ ਇਹਦੇ 'ਚ ਰੱਬ ਕਿੱਥੋਂ ਆ ਗਿਆ। ਬਿਲਕੁਲ ਇਸੇ ਤਰ੍ਹਾਂ ਤਿਉਂ ਮਾਨੁਖ ਤੇ ਮਾਨਕ ਹੋਏ, ਮਨੁੱਖ ਤੋਂ ਮਨੁੱਖ ਪੈਦਾ ਹੁੰਦਾ। ਆਪਰ ਨਾ ਕਰਤਾ ਲਿਖੀਏ ਕੋਈ, ਤੇ ਦੂਜਾ ਰੱਬ ਕਿਹੜਾ ਰੱਬ ਹੈ ਜੀ, ਕੌਣ ਰੱਬ ਹੈ ਜੀ। ਬੀਜ ਤੋਂ ਦਰਖਤ ਪੈਦਾ ਹੋ ਗਿਆ, ਦਰਖਤ ਤੋਂ ਬੀਜ ਪੈਦਾ ਹੋ ਗਿਆ, ਬੰਦੇ ਤੋਂ ਬੰਦਾ ਪੈਦਾ ਹੋ ਗਿਆ, ਤੇ ਰੱਬ ਦੀ ਗੱਲ ਕਿੱਥੋਂ ਆ ਗਈ ਵਿੱਚ। ਹਾਂਜੀ।
इसो हमें उपदेश दृढ़ायो, नाना जुगत संग समझायो। ਸਾਡੇ ਗੁਰੂ ਨੇ ਸਾਨੂੰ ਦ੍ਰਿੜ ਕਰਾ ਦਿੱਤਾ ਹੈ, ਬੜੀਆਂ ਉਦਾਹਰਨਾਂ ਦੇ ਕੇ ਦ੍ਰਿੜ ਕਰਾਇਆ। ਇਸ ਕਰਕੇ ਅਸੀਂ ਘੁੰਮਣ ਫਿਰਨ ਵਾਲੇ ਨਹੀਂ। ਅਸੀਂ ਤੁਹਾਡੀ ਗੱਲ ਸੁਣ ਲਈ ਹੈ, ਸਮਝ ਲਈ ਹੈ, ਪਰ ਅਸੀਂ ਤੁਹਾਡੇ ਕਹਿਣ ਤੇ ਹਰੀ ਨਾਮ ਭਜੋ ਦੀ ਗੱਲ ਕਰੀਏ, ਅਸੀਂ ਨਹੀਂ ਕਰਾਂਗੇ। ਅਸੀਂ ਰੱਬ ਦੀ ਭਾਉ ਭਗਤੀ ਦੀ ਗੱਲ ਅਸੀਂ ਨਹੀਂ ਕਰਾਂਗੇ। ਹਾਂਜੀ। ਅਸ ਸੰਭਾਖਣ ਕਰ ਨਰ ਤਬ ਹੀ, ਆਪ ਆਪਣੇ ਘਰ ਗੇ ਸਭ ਹੀ। ਇਸ ਤਰ੍ਹਾਂ ਦੀਆਂ ਗੱਲਾਂ ਕਰਕੇ, ਇਸ ਤਰ੍ਹਾਂ ਦਾ ਵਾਰਤਾਲਾਪ ਕਰਕੇ, ਬਚਨ ਵਿਲਾਸ ਕਰਕੇ ਉਹ ਜਿਹੜੇ ਨਗਰੀ ਦੇ ਲੋਕ ਸੀ ਉਹ ਘਰੋਂ ਘਰੀ ਚਲੇ ਗਏ। ਸਤਿਗੁਰੂ ਰਹਿ ਗਏ ਰੁੱਖ ਦੇ ਥੱਲੇ ਬੈਠੇ ਪਹਿਲਾਂ ਵਾਂਗ। ਜਿਹੜੇ ਪਿੰਡ ਦੇ ਲੋਕ ਸੀ ਉਹ ਮੁੜ ਗਏ, ਸ਼ਹਿਰ ਦੇ ਲੋਕ ਆਪਣੇ ਘਰੋਂ ਘਰੀ ਚਲੇ ਗਏ। ਹਾਂਜੀ। ਬਰਖਾ ਤਬ ਤੇ ਹਟ ਗਈ, ਜਬ ਕੇ ਬੈਠੇ ਜਾਏ। ਗੁਰੂ ਜੀ ਨੇ ਫਿਰ ਕਲਾ ਵਰਤਾਈ। ਜਦੋਂ ਦੇ ਸਤਿਗੁਰੂ ਉਸ ਨਗਰ ਵਿੱਚ ਆਏ ਨੇ ਫਿਰ ਕਦੇ ਮੀਂਹ ਨਹੀਂ ਪਿਆ, ਕਿਉਂਕਿ ਇਹ ਤਾਂ ਬਾਰ-ਬਾਰ ਸਾਨੂੰ ਗੁਰੂ ਜੀ ਕਹਿੰਦੇ ਨੇ ਪਹਿਲਾ ਪਾਣੀ ਜੀਓ ਹੈ। ਪਾਣੀ ਨਹੀਂ ਹੈ ਤੇ ਜੀਵਨ ਨਹੀਂ ਹੈ। ਮੈਂ ਤਾਂ ਅੱਜ ਵੀ ਸਵੇਰੇ ਭਾਈ ਪਿੰਦਰਪਾਲ ਸਿੰਘ ਹੋਰਾਂ ਨੂੰ ਕਹਿ ਰਿਹਾ ਸੀ, ਕਹਿੰਦੇ ਕੀ ਹਾਲ ਦਿੱਲੀ ਦਾ? ਮੈਂ ਕਿਹਾ ਮਹਾਰਾਜ ਸਾਹ ਨਹੀਂ ਆਉਂਦਾ, ਹੁਣ ਪਤਾ ਲੱਗਾ ਹਵਾ ਦੀ ਕੀ ਕੀਮਤ ਹੈ। ਮੈਂ ਕਿਹਾ ਆਪਾਂ ਤੇ ਕਥਾ ਹੀ ਕਰਦੇ ਰਹੇ, ਹਮ ਆਦਮੀ ਹਾਂ ਇੱਕਦਮੀ, ਇਹ ਤਾਂ ਹੁਣ ਜਾ ਕੇ ਸਮਝ ਆਈ ਹੈ। ਹਰ ਚੀਜ਼ ਦੇ ਲਈ ਵਕਤ ਹੈ। ਇੱਕ ਛਿਣ ਮਾਤਰ, ਇੱਕ ਸੈਕਿੰਡ, ਅਗਰ ਬ੍ਰੇਨ ਨੂੰ ਆਕਸੀਜਨ ਨਹੀਂ ਜਾਂਦੀ, ਬ੍ਰੇਨ ਡੈਡ ਹੋ ਜਾਂਦਾ ਹੈ ਔਰ ਕਦੇ ਮੁੜ ਕੇ ਵਾਪਸ ਨਹੀਂ ਆਉਂਦਾ। ਹਾਲਾਂਕਿ ਹਾਰਟ ਫੇਲ ਹੋ ਜਾਏ ਤੇ ਡਾਕਟਰ ਕਰੰਟ ਲਾਉਂਦੇ ਨੇ, ਮੂੰਹ ਦੇ ਕੇ ਸਾਹ ਦੇਣ ਦੀ ਕੋਸ਼ਿਸ਼ ਕਰਦੇ ਨੇ, ਹੋਰ ਬੜੇ ਤਰੀਕੇ ਨੇ, ਕਹਿੰਦੇ ਜੀ ਦੁਬਾਰਾ ਹਾਰਟ ਚੱਲ ਪਿਆ ਜੀ। ਬ੍ਰੇਨ ਦੁਬਾਰਾ ਨਹੀਂ ਚੱਲਦਾ। ਹੁਣ ਸਾਹ ਨਾ ਆਵੇ ਤੇ ਬੰਦਾ ਮਰ ਜਾਂਦਾ ਹੈ, ਸਾਹ ਨਾ ਆਵੇ ਤੇ ਬੰਦਾ ਮਰ ਜਾਂਦਾ ਹੈ। ਹੁਣ ਪਾਣੀ ਨਾ ਮਿਲੇ ਤੇ ਬੰਦਾ ਨਹੀਂ ਮਰਦਾ। ਬੰਦੇ ਦੇ ਸਰੀਰ 'ਚ ਬਹੁਤ ਪਾਣੀ ਹੈ, ਬੜਾ ਟਾਈਮ ਕੱਢ ਜਾਂਦਾ ਹੈ। ਰੋਟੀ ਨਾ ਮਿਲੇ ਤੇ 70 ਦਿਨ ਵੀ ਕੱਢ ਜਾਂਦਾ ਹੈ। ਹਿਸਟਰੀ ਹੈ ਮਰਨ ਵਰਤ ਵਾਲਿਆਂ ਦੀ, ਇੰਨੇ ਦਿਨ ਲੋਕ ਜਿਉਂਦੇ ਰਹਿੰਦੇ ਨੇ। ਹੁਣ ਇਹ ਨਗਰੀ ਦੇ ਲੋਕ ਕਹਿਣ ਲੱਗੇ ਮਹਾਰਾਜ ਅਸੀਂ ਤਾਂ ਉਸੇ ਨੂੰ ਹੀ ਮੰਨਾਂਗੇ, ਕਹਿ ਕੇ ਚਲੇ ਗਏ। ਗੁਰੂ ਜੀ ਨੇ ਕਲਾ ਵਰਤਾਈ, ਮੀਂਹ ਪੈਣੋਂ ਬੰਦ ਹੋ ਗਿਆ। ਹਾਂਜੀ। ਲੱਗੈ ਖੇਤ ਸੂਕਨ ਸਰਬ, ਕੋ ਨਹਿ ਹੋਤ ਉਪਾਏ। ਹੁਣ ਨਗਰੀ ਦੇ ਖੇਤ ਸੁੱਕਣੇ ਸ਼ੁਰੂ ਹੋ ਗਏ। ਮੀਂਹ ਤੋਂ ਬਿਨਾਂ ਉਪਾਅ ਕੋਈ ਨਹੀਂ ਹੈ, ਤਰੀਕਾ ਹੀ ਕੋਈ ਨਹੀਂ ਹੈਗਾ ਹੋਰ। ਹਾਂਜੀ। ਖਿੰਚੀ ਕਲਾ ਤਾਹੇ ਕੀ ਸਗਰੀ, ਜੋ ਗੁਰ ਬਣਿਓ ਹੋਤ ਸਭ ਨਗਰੀ। ਉਹ ਜਿਹੜਾ ਨਗਰੀ ਦਾ ਗੁਰੂ ਬਣਿਆ ਬੈਠਾ ਸੀ ਨਾ, ਗੁਰੂ ਨੇ ਉਹਦੀਆਂ ਸਾਰੀਆਂ ਤਾਕਤਾਂ ਖਿੱਚ ਲਈਆਂ, ਖਾਲੀ ਕਰ ਦਿੱਤਾ। ਉਹ ਉਹਦੇ ਮੰਤਰ ਜੰਤਰ ਪੜ੍ਹਦਾ ਸੀ ਸਭ ਫੇਲ ਹੋ ਗਏ। ਹਾਂਜੀ। ਜਬ ਬਰਖਾ ਕੀ ਪੀ ਬਹੁ ਚਾਹੀ, ਨਰ ਮਿਲ ਗੇ ਸਰੇਵਰੇ ਪਾਹੀ। ਹੁਣ ਉਸ ਸਰੇਵੜੇ ਨੂੰ ਜਾ ਕੇ ਲੋਕ ਕਹਿੰਦੇ ਨੇ ਮਹਾਰਾਜ ਮੀਂਹ ਪਾਓ। ਉਹ ਕਹਿੰਦਾ ਹੁਣੇ ਲਾਓ। ਉਹ ਮੰਤਰ ਪੜ੍ਹਨ ਲੱਗ ਪੈਂਦਾ ਤੇ ਮੀਂਹ ਪੈਂਦਾ ਨਹੀਂ। ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ